ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਦੋਸਤੋ, ਐਡਮਿੰਟਨ ਸ਼ਹਿਰ ਦੇ ਵਿੱਚ ਮਿਊਨਿਸਪਲ ਚੋਣਾਂ ਨੂੰ 2.5 ਮਹੀਨਿਆਂ ਦਾ ਸਮਾਂ ਰਹਿ ਗਿਆ। ਜਿੰਨੇ ਵੀ ਉਮੀਦਵਾਰ ਨੇ, ਚਾਹੇ ਉਹ ਕੌਂਸਲ ਦਾ ਇਲੈਕਸ਼ਨ ਲੜ ਰਹੇ ਨੇ ਜਾਂ ਐਜ਼ ਏ ਮੇਅਰ ਆਪਣਾ ਭਵਿੱਖ ਅਜਮਾਉਣ ਜਾ ਰਹੇ ਨੇ, ਸਾਰੇ ਹੀ ਆਪਣੀ ਚੋਣ ਮੁਹਿੰਮ ਦੇ ਵਿੱਚ ਡਟ ਚੁੱਕੇ ਨੇ। ਅੱਜ ਜਿਸ ਸ਼ਖਸੀਅਤ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਉਹ ਪਹਿਲੋਂ ਐਡਮਿੰਟਨ ਮਿਲਵੁੱਡਸ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ, ਫਿਰ ਫੈਡਰਲ ਮਿਨਿਸਟਰ ਵੀ ਰਹੇ ਨੇ ਤੇ ਇਸ ਵੇਲੇ ਐਡਮਿੰਟਨ ਦੇ ਮੇਅਰ ਵਜੋਂ ਇਲੈਕਸ਼ਨ ਲੜਨ ਜਾ ਰਹੇ ਨੇ। ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਗੇ। ਅਸੀਂ ਗੱਲਬਾਤ ਕਰ ਰਹੇ ਹਾਂ ਜੀ ਸਰਦਾਰ ਅਮਰਜੀਤ ਸੋਹੀ ਦੀ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ, ਸਵਾਗਤ ਹੈ ਜੀ ਦਾ। ਥੈਂਕ ਯੂ ਮਨਜੀਤ, ਤੁਹਾਡਾ ਤੇ ਤੁਹਾਡੇ ਟੀਵੀ ਸਟੇਸ਼ਨ ਦਾ, ਕਿ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਣੇ ਸਾਰੇ ਹੀ ਵਿਊਅਰਸ ਦੇ ਨਾਲ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦੇ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸੋਹੀ ਸਾਹਿਬ, ਇਲੈਕਸ਼ਨ ਕੰਪੇਨ ਕਿਵੇਂ ਚੱਲ ਰਿਹਾ ਜੀ? ਦੇਖੋ, ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ। ਆਪਾਂ ਮਈ 17 ਨੂੰ ਆਪਣੀ ਕੈਂਪੇਨ ਲਾਂਚ ਕੀਤੀ ਸੀਗੀ, ਤਾਂ ਹੁਣ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ। ਤਕਰੀਬਨ 3500 ਦੇ ਕਰੀਬ ਐਡਮਿੰਟਨ ਦੇ ਘਰਾਂ ਦੇ ਅੱਗੇ ਜਿਹੜੇ ਆਪਣੇ ਕੈਂਪੇਨ ਦੇ ਸਾਈਨ ਨੇ, ਸਪੋਰਟ ਵਾਸਤੇ ਲੌਨ ਸਾਈਨਸ ਲੱਗ ਚੁੱਕੇ ਨੇ। ਤਕਰੀਬਨ 400 ਦੇ ਕਰੀਬ ਵਾਲੰਟੀਅਰ ਜਿਹੜੇ ਆਪਣੀ ਕੈਂਪੇਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ। 3 ਤੋਂ 4 ਦਿਨ ਹਰ ਹਫ਼ਤੇ ਡੋਰ ਨੌਕਿੰਗ ਵਾਲੰਟੀਅਰ ਕਰਦੇ ਨੇ। ਮੈਂ ਵੀ ਜਾਂਦਾ ਇਹ ਲੋਕਾਂ ਨੂੰ ਮਿਲਣ ਵਾਸਤੇ, ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਤੇ ਉਹਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਸਮਝਣ ਵਾਸਤੇ। ਤੇ ਨਾਲ ਹੀ ਨਾਲ ਜਿਹੜੀ ਫੰਡ ਰੇਜ਼ਿੰਗ ਹੈ ਉਹਦੀ ਮੁਹਿੰਮ ਵੀ ਬੜੀ ਸੋਹਣੀ ਚੱਲ ਰਹੀ ਹੈ। ਬਿਲਕੁਲ, ਸਾਡੇ ਕੋਲ ਬਹੁਤ ਸਮਾਲ ਡੋਨੇਸ਼ਨਸ, ਕੋਈ $50 ਡੋਨੇਟ ਕਰ ਰਿਹਾ, ਕੋਈ $100 ਡੋਨੇਟ ਕਰ ਰਿਹਾ, ਕੋਈ 200 ਕਰ ਰਿਹਾ। ਜਿੰਨੀ ਸਮਰੱਥਾ ਹੈਗੀ ਆ ਸਾਡੇ ਸਪੋਰਟਰਸ ਦੀ, ਉਹ ਸਾਡੀ ਡੋਨੇਸ਼ਨ ਦੇ ਜ਼ਰੀਏ ਵੀ ਸਪੋਰਟ ਕਰ ਰਹੇ ਨੇ। ਤੇ ਲਾਸਟ ਸੈਟਰਡੇ ਜੁਲਾਈ 24 ਨੂੰ ਆਪਾਂ ਬਾਰਬੀਕਿਊ ਕੀਤਾ ਸੀ ਮਿਲਵੁੱਡ ਦੇ ਵਿੱਚ। ਉਹਦੇ ਵਿੱਚ ਤਕਰੀਬਨ 700 ਦੇ ਕਰੀਬ ਜਿਹੜੇ ਸਾਡੇ ਸਹਿਯੋਗੀ ਨੇ, ਸਮਰਥਕ ਨੇ, ਉਹਨਾਂ ਨੇ ਵੀ ਪਾਰਟੀਸਪੇਸ਼ਨ ਕੀਤੀ। ਸੋ ਓਵਰਆਲ ਥਿੰਗਸ ਆਰ ਲੁਕਿੰਗ ਅਪ ਤੇ ਬਹੁਤ ਸੋਹਣਾ ਲੱਗ ਰਿਹਾ। ਦੈਟਸ ਅ ਗੁੱਡ ਨੰਬਰ। ਹਾਂਜੀ, ਬਹੁਤ ਸੋਹਣਾ ਚੱਲ ਰਿਹਾ। ਦੇਖੋ, ਸਮਰ ਦਾ ਮੌਸਮ ਹੈ ਜੀ, ਲੋਕੀ ਬਾਹਰ ਛੁੱਟੀਆਂ ਤੇ ਵੀ ਜਾਣਾ ਚਾਹੁੰਦੇ, ਪਰ ਇਹਦੇ ਬਾਵਜੂਦ ਵੀ 700 ਦੇ ਕਰੀਬ ਪਾਰਟੀਸਪੈਂਟ ਉਸ ਬਾਰਬੀਕਿਊ ਦੇ ਵਿੱਚ ਆਏ। ਤੇ ਹੋਰ ਵੀ ਇਸ ਤਰ੍ਹਾਂ ਦੀ ਜਿਹੜੀ ਗਤੀਵਿਧੀਆਂ ਆਪਾਂ ਕਰ ਰਹੇ ਹਾਂ, ਲੋਕਾਂ ਦੇ ਨਾਲ ਸਲਾਹ ਮਸ਼ਵਰਾ ਚੱਲ ਰਿਹਾ ਕਿ ਕਿੱਦਾਂ ਦਾ ਐਡਮਿੰਟਨ ਉਹ ਇਨੋਵੇਸ਼ਨ ਕਰਦੇ ਨੇ, ਕਿ ਕਿਸ ਤਰ੍ਹਾਂ ਦਾ ਉਹਨਾਂ ਦੇ ਖਿਆਲ ਦੇ ਵਿੱਚ ਹੈ ਕਿ ਫਿਊਚਰ ਸਾਡਾ ਕੀ ਹੋਣਾ ਚਾਹੀਦਾ, ਸਾਡੇ ਬੱਚਿਆਂ ਦਾ ਕੀ ਫਿਊਚਰ ਹੋਣਾ ਚਾਹੀਦਾ ਸ਼ਹਿਰ ਦੇ ਵਿੱਚ। ਸੋ ਓਵਰਆਲ ਥਿੰਗਸ ਆਰ ਗੋਇੰਗ ਵੈਲ ਜੀ। ਤੇ ਸੋਹੀ ਸਾਹਿਬ, ਜਦੋਂ ਲਾਸਟ ਟਾਈਮ ਆਪਣੀ ਗੱਲਬਾਤ ਹੋਈ ਸੀ, ਤੁਸੀਂ ਜਸਟ ਉਦੋਂ ਨੋਮੀਨੇਸ਼ਨ ਪੇਪਰ ਅਜੇ ਭਰੇ ਸੀਗੇ ਜੀ। ਤੇ ਉਸ ਟਾਈਮ ਤੇ ਮੈਨੂੰ ਲੱਗਦਾ ਵੀ ਤੁਹਾਡਾ ਜਿਹੜਾ ਵਿਜ਼ਨ ਪਲਾਨ, ਐਕਸ਼ਨ ਪਲਾਨ ਆ, ਅੰਡਰ ਪ੍ਰੋਸੈਸ ਸੀਗਾ ਜੀ। ਹੁਣ ਕਾਫੀ ਕੁਝ ਕਲੀਅਰ ਹੋ ਚੁੱਕਿਆ ਜੀ। ਤੇ ਹੁਣ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਤੁਸੀਂ ਇੱਕ ਪ੍ਰੋਗਰਾਮ ਆਪਣਾ, ਜਿਹੜੇ ਚਾਹਣ ਵਾਲੇ ਆ ਤੁਹਾਡੇ ਜਿਹੜੇ ਫੋਲੋਅਰ ਨੇ, ਉਹਨਾਂ ਨੂੰ ਸਾਂਝਾ ਕੀਤਾ 3 ਕ੍ਰਿਟੀਕਲ ਇਨੀਸ਼ੀਏਟਿਵ। ਤੁਸੀਂ 3 ਪਿਲਰਸ ਵੀ ਕਹਿੰਦੇ ਜੇ ਆਪਣੀ ਵਿਜ਼ਨ ਪਲਾਨ ਦੇ, ਉਹਨਾਂ ਬਾਰੇ ਥੋੜਾ ਜਿਹਾ ਸੰਖੇਪ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਸਾਂਝ ਪਾਇਓ। ਦੇਖੋ, ਸਭ ਤੋਂ ਵੱਡਾ ਮਸਲਾ ਤੇ ਇਕੋਨਮੀ ਦਾ ਹੈ ਜੀ, ਕਿ ਅਸੀਂ ਐਡਮਿੰਟਨ ਨੂੰ ਵਧੀਆ ਬਣਾਉਣ ਵਾਸਤੇ ਇੱਥੇ ਅਪਰਚੂਨਿਟੀਜ਼ ਲੋਕਾਂ ਨੂੰ ਮਿਲਦੀਆਂ ਰਹਿਣ ਤੇ ਲੋਕੀ ਇੱਥੇ ਆਉਂਦੇ ਰਹਿਣ ਤੇ ਆਪਣੀ ਜ਼ਿੰਦਗੀ ਤੇ ਆਪਣੇ ਪਰਿਵਾਰ ਨੂੰ ਇੱਥੇ ਵਸਾ ਸਕਣ। ਉਹਦੇ ਵਾਸਤੇ ਜੌਬਸ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ। ਜੌਬਸ ਤਾਂ ਹੀ ਹੋ ਸਕਦੀਆਂ ਨੇ ਜੇ ਸਮਾਲ ਤੇ ਮੀਡੀਅਮ ਸਾਈਜ਼ ਜਿਹੜੇ ਬਿਜ਼ਨਸ ਨੇ ਉਹ ਸਕਸੈਸਫੁਲ ਹੋ ਸਕਣ, ਜਾਂ ਜਿਹੜਾ ਸਾਡਾ ਪਬਲਿਕ ਸੈਕਟਰ ਹੈ ਉਹ ਸਟਰੋਂਗ ਹੋਵੇ, ਜਿਹਦੇ ਰਾਹੀਂ ਅਸੀਂ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰਦੇ ਹਾਂ, ਜਿਹੜੀਆਂ ਸਰਵਿਸਿਜ਼ ਸਾਡੀ ਇਕੋਨਮੀ ਨੂੰ ਅੱਗੇ ਤੋਰਨ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਨੇ। ਤੇ ਦੂਸਰਾ ਜਿਹੜਾ ਮਸਲਾ ਹੈਗਾ ਉਹ ਇਹ ਹੈ ਕਿ ਜਿਹੜੀ ਐਡਮਿੰਟਨ ਦੇ ਵਿੱਚ ਭਾਵੇਂ ਇੱਕ ਬਹੁਤ ਵਧੀਆ ਸ਼ਹਿਰ ਹੈਗਾ, ਪਰ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਸਟਰਗਲ ਕਰ ਰਹੇ ਨੇ। ਹੋਮਲੈਸਨੈਸ ਦਾ ਮਸਲਾ ਹੋਵੇ, ਭਾਵੇਂ ਉਹ ਅਫੋਰਡੇਬਲ ਹਾਊਸਿੰਗ ਦਾ ਮਸਲਾ ਹੋਵੇ, ਮੈਂਟਲ ਹੈਲਥ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਐਡਿਕਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਹੈ, ਓਪੀਐਡ ਦਾ ਕ੍ਰਾਈਸਿਸ ਜਿਹੜਾ ਐਡਾ ਵੱਡਾ ਕ੍ਰਾਈਸਿਸ ਸਾਡੇ ਸ਼ਹਿਰ ਨੂੰ ਸਾਹਮਣੇ ਆ ਰਿਹਾ। ਤੇ ਨਾਲ ਨਾਲ ਹੁਣ ਜਿਹੜਾ ਨਸਲਵਾਦ ਵੱਧ ਰਿਹਾ ਜੀ, ਖਾਸ ਕਰਕੇ ਮਿਨੋਰਟੀਜ਼ ਲੋਕੀ ਪ੍ਰਤੀ ਤੇ ਇੰਡੀਜਨਸ ਲੋਕਾਂ ਦੇ ਪ੍ਰਤੀ ਤੇ ਮੁਸਲਿਮ ਔਰਤਾਂ ਨੂੰ ਜਿਵੇਂ ਟਾਰਗੇਟ ਬਣਾਇਆ ਜਾ ਰਿਹਾ, ਇਹਦੇ ਬਾਰੇ ਅਸੀਂ ਬਹੁਤ ਚਿੰਤਤ ਹਾਂ। ਮੈਂ ਖੁਦ ਚਿੰਤਤ ਹਾਂ, ਸਾਡੀ ਸਾਰੀ ਟੀਮ, ਸਾਡੇ ਸਾਰਿਆਂ ਨੂੰ ਹੀ ਚਿੰਤਤ ਹੋਣਾ ਚਾਹੀਦਾ। ਸੋ ਇਹ ਹੈਗਾ ਦੂਸਰਾ। ਤੇ ਤੀਸਰਾ ਜਿਹੜਾ ਥੀਮ ਹੈਗਾ ਕਿ ਇਨਵਾਇਰਨਮੈਂਟ ਨੂੰ ਸੁਧਾਰਨਾ, ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ। ਬਿਲਕੁਲ, ਜਿਹੜਾ ਕਲਾਈਮੇਟ ਦਾ ਚੇਂਜ ਅਸਰ ਪੈ ਰਿਹਾ ਸਾਡੇ ਸ਼ਹਿਰ ਦੇ ਉੱਪਰ। ਦੇਖੋ, ਹੁਣ ਪਹਿਲੇ 2-3 ਹਫ਼ਤਿਆਂ ਤੋਂ ਅਸੀਂ ਕਿੰਨੀ ਧੁੱਪ ਪੈ ਰਹੀ ਹੈ ਇੱਥੇ, ਕਿੰਨੀ ਗਰਮੀ ਪੈ ਰਹੀ ਹੈ, ਇੰਨੀ ਪਹਿਲਾਂ ਕਦੇ ਨਹੀਂ ਪਈ। ਬਿਲਕੁਲ, BC ਦੇ ਵਿੱਚ ਅੱਗਾਂ ਕਿੰਨੀਆਂ ਲੱਗ ਰਹੀਆਂ ਨੇ,
ਇੱਥੇ ਧੂਆਂ ਕਿੰਨਾ ਆ ਰਿਹਾ, ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਨਾ ਉਹਦੇ ਨਾਲ ਸਾਡੇ ਸਾਰੇ ਹੀ ਜੋ ਅਸੀਂ ਕਰਦੇ ਹਾਂ ਉਹ 'ਤੇ ਅਸਰ ਪੈ ਰਿਹਾ। ਅਤੇ ਇਸ ਚੀਜ਼ ਨੂੰ ਹੈਂਡਲ ਕਰਨਾ ਸ਼ਹਿਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਅਸੀਂ ਕਿਵੇਂ ਪ੍ਰੋਵਿੰਸ ਦੇ ਨਾਲ ਰਲ ਕੇ, ਕਿਵੇਂ ਨੈਸ਼ਨਲ ਗਵਰਨਮੈਂਟ ਦੇ ਨਾਲ ਰਲ ਕੇ ਕਲਾਈਮੇਟ ਦੀ ਚੇਂਜ ਨੂੰ ਰੋਕਣ ਵਾਸਤੇ ਅਤੇ ਵਾਤਾਵਰਨ ਨੂੰ ਸੁਧਾਰਨ ਵਾਸਤੇ ਕਿਵੇਂ ਕੰਮ ਕਰ ਸਕਦੇ। ਸੋ 3 ਜਿਹੜੇ ਮੇਨ ਆਈਡੀਆਜ਼ ਨੇ ਉਹ ਸਾਹਮਣੇ ਆ ਰਹੇ ਨੇ ਜੇ ਅਸੀਂ ਲੋਕਾਂ ਦੇ ਅੱਗੇ ਲੈ ਕੇ ਜਾ ਰਹੇ ਹਾਂ ਜੀ। ਤੇ ਸੋਹੀ ਸਾਹਿਬ ਤੁਸੀਂ ਹੋਰ ਵੀ ਕੁਝ ਇਨੀਸ਼ੀਏਟਿਵਸ ਦਾ ਜ਼ਿਕਰ ਕੀਤਾ ਸੀਗਾ, ਜਿਨ੍ਹਾਂ ਵਿੱਚੋਂ ਇੱਕ ਹੈਗਾ ਜੀ ਬਿਜ਼ਨਸ ਐਡਵੋਕੇਟ ਆਫਿਸ ਜੀ। ਸੋ ਇਹ ਕੀ ਆ? ਉਹ ਇਸ ਤਰ੍ਹਾਂ ਹੈ, ਦੇਖੋ ਮਨਜੀਤ, ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਜੌਬਸ ਕ੍ਰੀਏਟ ਹੋਣ ਜੀ ਤੇ ਬਿਜ਼ਨਸ ਤਰੱਕੀ ਕਰੇ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਵਾਸਤੇ ਬਿਜ਼ਨਸ ਕਰਨਾ ਸੌਖਾ ਹੋਵੇ, ਕਨਵੀਨੀਅੰਟ ਹੋਵੇ ਤੇ ਅਫੋਰਡੇਬਲ ਹੋਵੇ। ਉਹਦੇ ਵਾਸਤੇ ਅਸੀਂ 3 ਪਾਲਿਸੀਜ਼ ਲੈ ਕੇ ਆ ਰਹੇ ਹਾਂ ਜੀ। ਪਹਿਲੀ ਤਾਂ ਇਹ ਕਿ ਜਦੋਂ ਅਸੀਂ ਕਿਸੇ ਪਰਮਿਟ ਵਾਸਤੇ ਅਪਲਾਈ ਕਰਦੇ ਹਾਂ ਉਹਦੀ ਇੱਕ ਗਰੰਟੀਡ ਟਾਈਮ ਲਾਈਨ ਹੋਣੀ ਚਾਹੀਦੀਆਂ ਨੇ ਕਿ ਅਗਰ ਸਾਨੂੰ ਡਿਪਾਰਟਮੈਂਟ ਨੇ ਕਿਹਾ ਕਿ ਤੁਹਾਨੂੰ 2 ਹਫ਼ਤੇ ਦੇ ਵਿੱਚ ਪਰਮਿਟ ਮਿਲੇਗਾ ਤਾਂ 2 ਹਫ਼ਤੇ 'ਚ ਮਿਲਣਾ ਚਾਹੀਦਾ ਜੀ। ਉਸ ਤੋਂ ਬਾਅਦ ਫਿਰ ਜਦੋਂ ਇਨਸਪੈਕਸ਼ਨ ਕਰਾਉਣੀ ਹੁੰਦੀ ਹੈ, ਹੁਣ ਸਾਡੇ ਦੋਸਤ ਨੇ ਉਹਨਾਂ ਨੇ ਰੈਸਟੋਰੈਂਟ ਖੋਲ੍ਹਿਆ ਸੀ ਸਾਡੇ ਮੈਡੋਜ਼ ਦੇ ਵਿੱਚ ਜੀ, ਅਤੇ ਜਿਸ ਦਿਨ ਉਹਨਾਂ ਦੀ ਓਪਨਿੰਗ ਸੀਗੀ ਉਸ ਦਿਨ ਵੀ ਉਹ ਵੇਟ ਕਰ ਰਹੇ ਸੀ ਕਿ ਫਾਇਰ ਦੀ ਇਨਸਪੈਕਸ਼ਨ ਕਦੋਂ ਹੋਣੀ ਹੈ, ਤੇ 1 ਹਫ਼ਤਾ ਉਹਨਾਂ ਨੂੰ ਹੋਰ ਵੇਟ ਕਰਨੀ ਪੈਣੀ। ਇਹ ਸਮੱਸਿਆ ਭਾਜੀ ਬਹੁਤ ਸਾਰੇ ਬਹੁਤ ਵੱਡੀ ਸਮੱਸਿਆ ਹੈ, ਖਾਸ ਕਰਕੇ ਸਮਾਲ ਬਿਜ਼ਨਸਿਸ ਨੂੰ ਬਹੁਤ ਵੱਡੀ ਸਮੱਸਿਆ ਹੈ। ਸਾਡੇ ਇੱਕ ਹੋਰ ਦੋਸਤ ਨੇ ਉਹ ਜਿਹੜੇ ਰੂਫ ਆਪਣੀ ਛੱਤਾਂ ਦੇ ਉੱਪਰ ਸੋਲਰ ਪੈਨਲ ਲਾਉਂਦੇ ਆ, ਹੁਣ ਸੋਲਰ ਪੈਨਲ ਲਾਉਣ ਵਾਸਤੇ ਜਿਹੜਾ ਪਰਮਿਟ ਦੀ ਲੈਣਾ ਪੈਂਦਾ 3 ਹਫ਼ਤੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ। ਅੱਜ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਸਾਡੇ ਕੋਲ ਅਵੇਲੇਬਲ ਹੈਗੀ ਹੈ, ਇੱਦਾਂ ਦੇ ਪਰਮਿਟ ਤਾਂ ਕੁਝ ਦਿਨਾਂ ਦੇ ਵਿੱਚ ਜਾਰੀ ਹੋਣੇ ਚਾਹੀਦੇ ਨੇ ਅਤੇ ਇਨਸਪੈਕਸ਼ਨਾਂ ਬੜੀਆਂ ਟਾਈਮਲੀ ਹੋਣੀਆਂ ਚਾਹੀਦੀਆਂ ਨੇ। ਸੋ ਬਿਜ਼ਨਸ ਨੂੰ ਸੌਖਾ ਬਣਾਉਣ ਵਾਸਤੇ ਜਿਹੜੀਆਂ ਪਰਮਿਟਸ ਅਤੇ ਗਰੰਟੀਡ ਟਾਈਮ ਲਾਈਨਸ ਔਨ ਇਨਸਪੈਕਸ਼ਨ, ਇੱਕ ਤਾਂ ਇਹ ਹੈ। ਦੂਸਰਾ ਇਹ ਹੈ ਕਿ ਇੱਕ ਥਾਂ ਇੱਦਾਂ ਦੀ ਚਾਹੀਦੀ ਹੈ ਸ਼ਹਿਰ ਦੇ ਵਿੱਚ, ਅਗਰ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਉਸ ਥਾਂ 'ਤੇ ਜਾਓ ਅਤੇ ਹਰ ਸਪੋਰਟ ਤੁਹਾਨੂੰ ਉਸ ਥਾਂ ਤੋਂ ਮਿਲੇ, ਨਾ ਕਿ ਤੁਸੀਂ 5-7 ਡਿਪਾਰਟਮੈਂਟ ਦੇ ਵਿੱਚ ਭੱਜੇ ਫਿਰੀ ਜਾਓ, ਕਦੇ ਇੱਥੇ ਗਏ, ਕਦੇ ਇੱਥੇ ਗਏ, ਕਦੇ ਇੱਥੇ ਗਏ। ਇੱਕ ਥਾਂ ਜਾਓ, ਉਹ ਆਫਿਸ ਦਾ ਫਰਜ਼ ਹੈ ਤੁਹਾਨੂੰ ਸਪੋਰਟ ਕਰਨਾ ਕਿ ਕਿਵੇਂ ਤੁਸੀਂ ਆਪਣਾ ਬਿਜ਼ਨਸ ਇੱਥੇ ਸੈਟਅਪ ਕਰਨਾ ਹੈ, ਕਿਵੇਂ ਤੁਸੀਂ ਆਪਣਾ ਬਿਜ਼ਨਸ ਗਰੋ ਕਰਨਾ ਹੈ। ਅਗਰ ਤੁਸੀਂ ਬਾਹਰੋਂ ਇਨਵੈਸਟਮੈਂਟ ਲੈ ਕੇ ਆ ਰਹੇ ਹੋ ਤਾਂ ਉਹ ਬਿਜ਼ਨਸ ਤੁਹਾਡੀ ਹੈਲਪ ਕਰੇਗਾ। ਸੋ ਇਹ ਦੂਜਾ। ਅਤੇ ਤੀਸਰਾ ਇਹ ਹੈ ਕਿ ਲਗਾਤਾਰ ਬਿਜ਼ਨਸ ਕਮਿਊਨਿਟੀ ਦੇ ਨਾਲ ਕੰਸਲਟ ਕਿਵੇਂ ਕਰਨਾ ਹੈ, ਉਹਦੇ ਵਾਸਤੇ ਆਪਾਂ ਪ੍ਰਪੋਜ਼ ਕਰ ਰਹੇ ਹਾਂ ਕਿ ਇੱਕ ਮੇਅਰ ਦੀ ਕਮੇਟੀ ਹੋਣੀ ਚਾਹੀਦੀ ਹੈ, ਕੰਸਲਟੇਸ਼ਨ ਕਮੇਟੀ ਜਾਂ ਐਡਵਾਈਜ਼ਰੀ ਕਮੇਟੀ, ਜਿਹੜੀ ਸਾਰੇ ਹੀ ਬਿਜ਼ਨਸ ਦੇ ਵਿੱਚੋਂ ਆਉਂਦੀ ਹੋਵੇ, ਸਿਲੈਕਟ ਕੀਤੀ ਹੋਵੇ, ਜਿਹਦੇ ਵਿੱਚ ਨਾਨ ਪ੍ਰੋਫਿਟ ਸੈਕਟਰ ਵੀ ਹੋਵੇ, ਆਰਟਸ ਐਂਡ ਕਲਚਰ ਸੈਕਟਰ ਵੀ ਹੋਵੇ ਅਤੇ ਬਿਜ਼ਨਸ ਦੇ ਬਾਕੀ ਖਿੱਤੇ ਵੀ ਹੋਣ, ਤਾਂ ਕਿ ਲਗਾਤਾਰ ਤੁਸੀਂ ਸਲਾਹ ਮਸ਼ਵਰਾ ਕਰਕੇ ਇਹ ਜਾਣਦੇ ਰਹੋ ਕਿ ਕੀ ਚੀਜ਼ ਕੰਮ ਕਰ ਰਹੀ ਹੈ, ਕਿਹੜੀ ਚੀਜ਼ ਕੰਮ ਨਹੀਂ ਕਰ ਰਹੀ, ਜਿਹੜੀ ਕੰਮ ਨਹੀਂ ਕਰ ਰਹੀ ਉਹਨੂੰ ਅਸੀਂ ਕਿਵੇਂ ਸੁਧਾਰ ਸਕਦੇ ਹਾਂ, ਤਾਂ ਕਿ ਐਡਮਿੰਟਨ ਦੇ ਵਿੱਚ ਬਿਜ਼ਨਸ ਕਰਨਾ ਸੌਖਾ ਹੋਵੇ, ਕਨਵੀਨੀਅੰਟ ਹੋਵੇ, ਅਫੋਰਡੇਬਲ ਹੋਵੇ, ਜਿਹਦੇ ਨਾਲ ਅਸੀਂ ਹੋਰ ਜੌਬਸ ਇੱਥੇ ਕ੍ਰੀਏਟ ਕਰ ਸਕਦੇ ਹਾਂ ਜੀ। ਸੋਹੀ ਸਾਹਿਬ, ਇਹਨਾਂ ਤਿੰਨਾਂ ਬਾਰੇ ਨਾ ਕੁਝ ਐਡਮਿੰਟੋਨੀਅਨਸ ਦੇ ਖਦਸ਼ੇ ਨੇ, ਕੁਝ ਨਿੱਕੇ ਨਿੱਕੇ ਸਵਾਲ ਨੇ, ਉਹਨਾਂ ਦਾ ਮੈਂ ਜ਼ਿਕਰ ਕਰਾਂਗਾ ਜੀ। ਜਿਵੇਂ ਤੁਸੀਂ ਪ੍ਰਪੋਜ਼ ਕੀਤਾ ਕਿ ਇੱਕ ਬਿਜ਼ਨਸ ਐਡਵੋਕੇਟ ਆਫਿਸ ਹੋਵੇਗਾ ਜੀ, ਸੋ ਸਵਾਲ ਇਹ ਆ ਕਿ ਐਡਮਿੰਟਨ ਦੀ ਜਿਹੜੀ ਸਿਟੀ ਕਾਉਂਸਲ ਕਹਿ ਲਓ ਜਾਂ ਸਿਟੀ ਦੇ ਸਟਾਫ ਦੇ ਵਿੱਚ ਆਲਰੇਡੀ ਜਿਹੜੀਆਂ ਮੈਨੇਜਰੀਅਲ ਪੋਸਟ ਨੇ ਜਾਂ ਕੰਸਲਟੇਸ਼ਨ ਦੀਆਂ ਪੋਸਟ ਨੇ ਉਹ ਓਵਰ ਸਟਾਫਿੰਗ ਹੋਈ ਪਈ ਹੈ। ਸੋ ਇਹਦਾ ਸੋਲਿਊਸ਼ਨ ਕੀ ਕਰੋਗੇ? ਨੰਬਰ 2, ਜਿਹੜਾ ਐਡਮਿੰਟਨ ਇਨੋਵੇਸ਼ਨ ਫੰਡ ਦੀ ਗੱਲ ਕੀਤੀ ਹੈ ਤੁਸੀਂ ਜੀ, ਉਹ ਫੰਡ ਦੀ ਜਿਹੜੀ ਅਵੇਲੇਬਿਲਿਟੀ ਤੁਸੀਂ $100 ਮਿਲੀਅਨ ਦੀ ਗੱਲ ਕੀਤੀ ਵੀ 10 ਸਾਲਾਂ 'ਚ ਕੀਤਾ ਜਾਵੇਗਾ, ਉਹ ਕਿਵੇਂ ਹੋਏਗਾ? ਅਤੇ ਤੀਜਾ ਹੈਗਾ ਜੀ ਜਿਹੜੀ ਇੰਸਪੈਕਸ਼ਨਸ ਅਤੇ ਪਰਮਿਟਸ ਦੀ ਗੱਲ ਆ ਕਿ ਇਹਦੇ ਵਿੱਚ ਟਾਈਮ ਦੀ ਜਿਹੜੀ ਇੰਪਰੂਵਮੈਂਟ ਆ ਉਹ ਕਿਵੇਂ ਕੀਤੀ ਜਾਵੇਗੀ? ਸੋ ਪਹਿਲਾਂ ਤਾਂ ਆਪਾਂ ਜਿਹੜਾ ਤੁਹਾਡਾ ਲਾਸਟ ਸਵਾਲ ਹੈ ਉਹ 'ਤੇ ਗੱਲ ਕਰਦੇ ਹਾਂ ਕਿ ਜਿਹੜੇ ਪਰਮਿਟਸ ਅਤੇ ਇੰਸਪੈਕਸ਼ਨ ਦੀ ਇੰਪਰੂਵਮੈਂਟ ਆਪਾਂ ਗਰੰਟੀਡ ਟਾਈਮ ਲਾਈਨਸ ਐਸਟੈਬਲਿਸ਼ ਕਰਨੀ ਆ ਜੀ। ਉਸ ਤੋਂ ਬਾਅਦ ਕਰਨ ਤੋਂ ਬਾਅਦ ਫਿਰ ਅਸੀਂ ਬੈਂਚ ਮਾਰਕ ਕਰਾਂ ਕਿ ਬਾਕੀ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ, ਸਾਡੀਆਂ ਰੀਜਨਲ ਮਿਊਨਿਸਪੈਲਿਟੀ ਦੇ ਵਿੱਚ ਕੀ ਹੋ ਰਿਹਾ, ਉਹਦੇ ਨਾਲ ਕੰਪੇਅਰ ਕਰਾਂਗੇ ਆਪਣੇ ਆਪ ਨੂੰ, ਅਤੇ ਫਿਰ ਪਬਲਿਕਲੀ ਰਿਪੋਰਟ ਕਰਾਂਗੇ ਤਾਂ ਕਿ ਹਰ ਇੱਕ ਨੂੰ ਪਤਾ ਹੋਵੇ ਕਿ ਜੋ ਐਕਸਪੈਕਟੇਸ਼ਨ ਅਸੀਂ ਸੈੱਟ ਕੀਤੀਆਂ ਨੇ ਕਿ ਉਹ ਪੂਰੀਆਂ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ। ਅਗਰ ਨਹੀਂ ਪੂਰੀਆਂ ਹੋ ਰਹੀਆਂ ਤਾਂ ਅਸੀਂ ਅਕਾਊਂਟੇਬਿਲਿਟੀ ਕਿਵੇਂ ਲੈ ਕੇ ਆਉਣੀ ਹੈ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੀ। ਸੋ ਇਹ ਤਾਂ ਤੁਹਾਡਾ ਪਹਿਲਾ ਸਵਾਲ ਹੈ। ਦੂਸਰਾ ਸਵਾਲ ਜਿਹੜਾ ਇਨੋਵੇਸ਼ਨ ਫੰਡ ਦੀ ਤੁਸੀਂ ਗੱਲ ਕਰ ਰਹੇ ਹੋ, ਇਸ ਵੇਲੇ ਸਕੈਟਰਡ ਹੈਗੀ ਹੈ ਸਪੋਰਟ ਜਿਹੜੀ ਇਨੋਵੇਸ਼ਨ ਜਾਂ ਨਵੀਂ ਟੈਕਨੋਲੋਜੀ ਨੂੰ ਮਿਲਦੀ ਹੈ। ਮੈਂ ਚਾਹੁੰਦਾ ਕਿ ਉਹ ਇੱਕ ਥਾਂ ਹੋਵੇ ਅਤੇ ਸਾਰੇ ਰਿਸੋਰਸਿਸ ਉੱਥੇ ਹੋਣ ਅਤੇ ਉੱਥੋਂ ਉਹ ਸਪੋਰਟ ਮਿਲਦੀ ਹੋਵੇ। ਕੈਲਗਰੀ ਨੇ ਅਜਿਹਾ ਹੀ ਫੰਡ ਸ਼ੁਰੂ ਕੀਤਾ ਸੀ ਅੱਜ ਤੋਂ 3-4 ਸਾਲ ਪਹਿਲਾਂ, ਅਤੇ ਹੁਣ ਤੱਕ ਤਕਰੀਬਨ $2 ਬਿਲੀਅਨ ਦੀ ਨਵੀਂ ਇਨਵੈਸਟਮੈਂਟ
ਕੈਲਗਰੀ ਦੇ ਵਿੱਚ ਟੈਕਨੋਲੋਜੀ ਤੇ ਇਨੋਵੇਸ਼ਨ ਨੂੰ ਸਪੋਰਟ ਕਰਨ ਵਾਸਤੇ ਹੋ ਚੁੱਕੀ, ਜਿਹਦੇ ਨਾਲ ਕਿੰਨੀਆਂ ਹੀ ਜੌਬਸ ਕ੍ਰੀਏਟ ਹੋ ਰਹੀਆਂ ਜੀ। ਜਿਹੜੇ ਤੁਹਾਡਾ ਤੀਸਰਾ ਸਵਾਲ ਸੀਗਾ ਕਿ ਅਸੀਂ ਜਿਹੜੀ ਮਿਡਲ ਮੈਨੇਜਮੈਂਟ ਹੈਗੀ ਹੈ ਜਾਂ ਜਿਹੜਾ ਬਿਜ਼ਨਸ ਐਡਵੋਕੇਟ ਆਫਿਸ ਹੈ, ਉਹ ਵੀ ਮਸਲਾ ਇਹ ਹੈ ਕਿ ਇਹ ਨਹੀਂ ਕਿ ਸਪੋਰਟ ਮਿਲਦੀ ਨਹੀਂ ਸਿਟੀ ਤੋਂ, ਮਿਲਦੀ ਹੈ ਪਰ ਤੈਨੂੰ ਲੱਭਣੀ ਪੈਂਦੀ ਹੈ ਵੱਖਰੇ ਵੱਖਰੇ ਡਿਪਾਰਟਮੈਂਟ ਦੇ ਖਿਲਰੀ ਪਈ ਹੈ, ਰਾਈਟ। ਮੈਂ ਚਾਹੁੰਦਾ ਕਿ ਇੱਕ ਥਾਂ ਹੋਵੇ ਜੀ, ਸਾਰੀਆਂ ਸਰਵਿਸਿਜ਼ ਉੱਥੇ ਕੰਸੋਲੀਡੇਟ ਹੋਣ, ਤੁਸੀਂ ਉੱਥੇ ਜਾਓ, ਉੱਥੋਂ ਤੁਹਾਨੂੰ ਸਪੋਰਟ ਮਿਲੇ, ਨਾ ਕਿ ਤੁਹਾਨੂੰ ਵੱਖਰੇ ਵੱਖਰੇ ਥਾਵਾਂ 'ਤੇ ਭੱਜਣਾ ਪਵੇ। ਇਹਦੇ ਨਾਲ ਜਿਹੜੇ ਰਿਸੋਰਸਿਸ ਜਾਂ ਜਿਹੜੇ ਚਾਹੀਦੇ ਆ, ਜਿਹੜਾ ਟੈਕਸ ਰੈਵਨਿਊ ਹੈ ਉਹਦੀ ਪ੍ਰੋਪਰ ਵਰਤੋਂ ਹੋਵੇਗੀ ਤੇ ਨਾਲ ਮੈਂ ਸਮਝਦਾ ਕਿ ਨਾ ਖਰਚਾ ਘਟੇਗਾ ਜੀ। ਅਗਰ 5 ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਦੀ ਬਜਾਏ ਅਗਰ ਇੱਕ ਥਾਂ ਹੋਵੇ ਤਾਂ ਕਿੰਨਾ ਅਸੀਂ ਕੁਝ ਘੱਟ ਬੰਦਿਆਂ ਦੇ ਨਾਲ ਵੱਧ ਕੰਮ ਕਰ ਸਕਦੇ ਹਾਂ। ਸੋ ਇਹ ਟੈਕਸ ਪੇਅਰਸ ਵਾਸਤੇ ਵੀ ਬੈਟਰ ਹੈ, ਬਿਜ਼ਨਸ ਕਮਿਊਨਿਟੀ ਵਾਸਤੇ ਵੀ ਬੈਟਰ ਹੈ ਤੇ ਆਮ ਲੋਕਾਂ ਵਾਸਤੇ ਵੀ ਬੈਟਰ ਹੈ ਕਿ ਤਾਂ ਕਿ ਅਗਰ ਤੁਸੀਂ ਨਿੱਕੇ ਪਰਮਿਟ ਵੀ ਲੈਣੇ ਹੁੰਦੇ ਆ, ਤੁਸੀਂ ਅਗਰ ਡੈਕ ਬਣਾਉਣਾ ਹੈ, ਡੈਕ ਵਾਸਤੇ ਤੁਹਾਨੂੰ ਪਰਮਿਟ ਲਈ ਅਪਲਾਈ ਕਰਨਾ ਪੈਂਦਾ, ਫਿਰ ਤੁਹਾਨੂੰ ਵੇਟ ਕਰਨੀ ਪੈਂਦੀ ਹੈ, ਫਿਰ ਉਹ ਕਹਿੰਦੇ ਕਿ ਨਹੀਂ ਆਹ ਚੀਜ਼ ਚਾਹੀਦੀ ਹੈ ਸਾਨੂੰ, ਕਿਉਂ ਨਹੀਂ ਇੱਕ ਥਾਂ ਜਾਓ, ਇੱਕ ਵਾਰ ਅਪਲਾਈ ਕਰੋ, ਤੁਹਾਨੂੰ ਪਰਮਿਟ ਮਿਲ ਜਾਵੇ ਜੀ। ਤੇ ਸੋਹੀ ਸਾਹਿਬ, ਜੁਲਾਈ ਦੇ ਫਸਟ ਵੀਕ ਦੇ ਵਿੱਚ ਮਿਨਿਸਟਰੀ ਆਫ ਟ੍ਰੈਜਰੀ ਬੋਰਡ ਐਂਡ ਫਾਈਨਾਂਸ, ਅਲਬਰਟਾ ਗਵਰਨਮੈਂਟ ਦੀ ਮਿਨਿਸਟਰੀ ਆ, ਉਹਨਾਂ ਵੱਲੋਂ ਇੱਕ ਅਲਬਰਟਾ ਦੀ ਪਾਪੂਲੇਸ਼ਨ ਨੂੰ ਲੈ ਕੇ ਪ੍ਰੋਜੈਕਸ਼ਨ ਆਈ ਹੈ ਜੀ। ਉਹਨਾਂ ਨੇ ਕਿਹਾ ਵੀ 2046 ਤੱਕ, ਯਾਨੀ ਕਿ ਆਉਣ ਵਾਲੇ 26 ਸਾਲਾਂ ਦੇ ਵਿੱਚ ਅਲਬਰਟਾ ਦੀ ਪਾਪੂਲੇਸ਼ਨ 6.4 ਮਿਲੀਅਨ ਹੋ ਜਾਵੇਗੀ ਜੀ। ਕੁਝ ਹੋਰ ਵੀ ਇਹਦੇ ਵਿੱਚ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ। ਉਹ ਕਹਿੰਦੇ ਵੀ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਕੰਸੈਂਟਰੇਸ਼ਨ ਹੋਵੇਗੀ ਉਹ ਜ਼ਿਆਦਾ ਹੋਵੇਗੀ ਕੈਲਗਰੀ ਐਡਮਿੰਟਨ ਕੋਰੀਡੋਰ ਦੇ ਵਿੱਚ, ਰੈੱਡ ਡੀਅਰ ਦਾ ਵਿੱਚ ਏਰੀਆ ਆਪਾਂ ਪਾਲਨੇ 80% ਕਹਿੰਦੇ ਪਾਪੂਲੇਸ਼ਨ ਇੱਥੇ ਵਸੇਗੀ। ਔਰ ਜੇਕਰ ਟੋਟਲ ਗੱਲ ਕਰੀਏ ਤਾਂ 1.9 ਮਿਲੀਅਨ ਪਾਪੂਲੇਸ਼ਨ ਜਿਹੜੀ ਆ ਇਹ ਵਧਣੀ ਹੈ 26 ਸਾਲਾਂ 'ਚ ਜੀ। ਨੈਚੁਰਲੀ ਇਮੀਗ੍ਰੇਸ਼ਨ ਆਉਣਗੇ, ਉਹਨਾਂ ਵਿੱਚ ਸਟੂਡੈਂਟਸ ਵੀ ਹੋ ਸਕਦੇ ਆ, ਵਰਕ ਪਰਮਿਟ 'ਤੇ ਵੀ ਹੋ ਸਕਦੇ ਜਾਂ PR ਵੀ ਹੋ ਸਕਦੇ ਆ। ਇੱਕ ਰਿਪੋਰਟ ਦਾ ਹੋਰ ਆਸਪੈਕਟ ਆ ਕਿ ਜਿਹੜੀ ਸੀਨੀਅਰ ਪਾਪੂਲੇਸ਼ਨ ਆ 65 ਸਾਲ ਤੋਂ ਉੱਪਰ, ਉਹਨਾਂ ਦੀ ਗਿਣਤੀ ਡਬਲ ਹੋ ਜਾਣੀ ਹੈ ਜੀ 2040 ਤੱਕ। ਸੋ ਇਸ ਵੇਲੇ ਲਗਭਗ 6,11,000 ਬਜ਼ੁਰਗ ਨੇ ਅਲਬਰਟਾ ਦੇ ਵਿੱਚ, ਔਰ 1.1 ਮਿਲੀਅਨ ਹੋ ਜਾਏਗੀ 2040 ਤੱਕ। ਸੋ ਕਹਿਣ ਦਾ ਮਤਲਬ ਆ ਕਿ ਇਹ ਟੋਟਲ ਜਦੋਂ ਆਪਾਂ ਦੇਖਦੇ ਹਾਂ, ਈਵਨ ਲਾਈਫ ਐਕਸਪੈਕਟੈਂਸੀ ਜਿਹੜੀ ਆ ਉਹ ਵੀ ਵਧ ਰਹੀ ਹੈ ਜੀ। ਤੇ ਇਹਦੇ ਨਾਲ ਸਾਨੂੰ ਐਜੂਕੇਸ਼ਨ ਲਈ ਸਕੂਲਸ ਦੀ ਵੀ ਲੋੜ ਆ, ਹਸਪੀਟਲਸ ਦੀ ਵੀ ਲੋੜ ਆ, ਡਾਕਟਰਸ ਦੀ ਇੱਕ ਆਲਰੇਡੀ ਅਲਬਰਟਾ ਦੇ ਵਿੱਚ ਸਮੱਸਿਆ ਚੱਲ ਰਹੀ ਹੈ ਜੀ। ਫਿਰ ਡੇ ਕੇਅਰਸ ਦੀ ਗੱਲ ਕਰ ਲਈਏ ਬੱਚਿਆਂ ਲਈ, ਇਨਫਰਾਸਟਰਕਚਰ ਦੀ, ਰੋਡਸ ਦੀ, ਬ੍ਰਿਜਸ ਦੀ, ਓਲਡ ਏਜ ਜਿਹੜੇ ਉਹਨਾਂ ਦੇ ਰੈਜ਼ੀਡੈਂਸ ਹੁੰਦੇ ਨੇ, ਪੈਨਸ਼ਨ ਦੀ, ਇਹ ਕਾਫੀ ਵੱਡੀਆਂ ਪ੍ਰੋਬਲਮਸ ਨੇ। ਸੋ ਬੀਇੰਗ ਏ ਮੇਅਰ ਅਗਰ ਤੁਸੀਂ ਇਲੈਕਟ ਹੋ ਜਾਂਦੇ, ਫਿਰ ਇਹ ਜਿਹੜੀ ਇੰਨੇ ਬੰਦੋਬਸਤ ਹੈ ਇਹਦੇ ਵਾਸਤੇ ਕੀ ਐਕਸ਼ਨ ਪਲਾਨ ਹੈ ਤੁਹਾਡਾ? ਦੇਖੋ, ਪਾਪੂਲੇਸ਼ਨ ਦਾ ਵਧਣਾ ਐਡਮਿੰਟਨ ਵਾਸਤੇ ਤੇ ਅਲਬਰਟਾ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਨਾਲ ਸਾਡੀ ਤਰੱਕੀ ਹੋਣੀ ਹੈ। ਅਗਰ ਸਾਡੀ ਪਾਪੂਲੇਸ਼ਨ ਨਹੀਂ ਵੱਧਦੀ ਤਾਂ ਜਿਹੜੀ ਸਾਡੀ ਇਕਨੋਮਿਕ ਸਟੈਗਨੇਸ਼ਨ ਹੈਗੀ ਹੈ ਉਹ ਵੱਧ ਜਾਣੀ ਹੈ। ਬਿਲਕੁਲ। ਤੇ ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਨਾ ਕਿ ਬਜ਼ੁਰਗਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ, ਉਹ ਸਹੀ ਹੈ। ਤੇ ਹੁਣ ਜਿਹੜੇ ਵਿਅਕਤੀ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਸਰਵਿਸਿਜ਼ ਦੇਣ ਵਾਸਤੇ ਤੇ ਉਹਨਾਂ ਨੂੰ ਕੰਟੀਨਿਊ ਜਿਹੜੀ ਪੈਨਸ਼ਨ ਹੈ ਉਹ ਦੇਣ ਵਾਸਤੇ ਤੁਹਾਨੂੰ ਹੋਰ ਵਰਕਰਸ ਦੀ ਲੋੜ ਹੈਗੀ ਹੈ। ਬਿਲਕੁਲ। ਅਗਰ ਉਹ ਵਰਕਰਸ ਆਉਣੇ ਬੰਦ ਹੋ ਜਾਣ ਤਾਂ ਤੁਸੀਂ ਜਿਹੜਾ ਤੁਹਾਡਾ ਸਿਸਟਮ ਹੈ ਉਹਨੇ ਚੱਲਣਾ ਨਹੀਂ ਹੈ ਜੀ। ਉਹਦੇ ਵਾਸਤੇ ਹਸਪੀਟਲਸ ਦੀ ਲੋੜ ਹੈਗੀ ਹੈ, ਨਰਸਿੰਗ ਹੋਮਸ ਦੀ ਲੋੜ ਹੈਗੀ ਹੈ, ਤੇ ਬੱਚਿਆਂ ਵਾਸਤੇ ਸਕੂਲਾਂ ਦੀ ਲੋੜ ਹੈਗੀ ਹੈ, ਟਰਾਂਸਪੋਰਟੇਸ਼ਨ ਸਿਸਟਮ ਦੀ ਲੋੜ ਹੈਗੀ ਹੈ, ਡੇ ਕੇਅਰਸ ਦੀ ਲੋੜ ਹੈਗੀ ਹੈ। ਮੈਂ ਇਹ ਸਮਝਦਾ ਕਿ ਜਿਹੜਾ ਮੇਅਰ ਦਾ ਰੋਲ ਹੁੰਦਾ ਉਹ ਇਹ ਹੁੰਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਇੱਦਾਂ ਦਾ ਪਲਾਨ ਬਣਾਉਣਾ ਕਿ ਤੁਸੀਂ ਤੁਹਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਤੇ ਤੁਹਾਡੀ ਫੈਡਰਲ ਗਵਰਨਮੈਂਟ ਦੇ ਨਾਲ ਰਲ ਕੇ ਇਨਵੈਸਟਮੈਂਟ ਆਪਣੇ ਸ਼ਹਿਰ ਦੇ ਵਿੱਚ ਅਟਰੈਕਟ ਕਰ ਸਕੋ, ਤਾਂ ਕਿ ਤੁਹਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਅਪ ਟੂ ਡੇਟ ਹੋਵੇ ਤੇ ਅੱਗੇ ਵੱਧਦਾ ਰਹੇ, ਉਹ ਗਰੋ ਹੁੰਦਾ ਰਹੇ ਜੀ। ਹੁਣ ਚਾਈਲਡ ਕੇਅਰ ਦੀ ਜਿਹੜੀ ਸਮੱਸਿਆ ਹੈਗੀ ਹੈ, ਫੈਡਰਲ ਗਵਰਨਮੈਂਟ ਨੇ ਇਹ ਕਮਿਟਮੈਂਟ ਕੀਤੀ ਹੈ ਕਿ ਹਰ ਫੈਮਿਲੀ ਜੋ ਬੱਚਿਆਂ ਨੂੰ ਚਾਈਲਡ ਕੇਅਰ ਦੇ ਵਿੱਚ ਲਾਉਣਾ ਚਾਹੁੰਦੀ ਹੈ ਉਹਨਾਂ ਦੀ $10 ਤੋਂ ਵੱਧ ਕਾਸਟ ਨਹੀਂ ਹੋਣੀ ਚਾਹੀਦੀ ਦੇਣ ਦੀ, ਇੱਕ ਦਿਨ ਦੀ। ਇਹ ਬਹੁਤ ਵਧੀਆ ਪ੍ਰੋਗਰਾਮ ਹੈ ਕਿਉਂਕਿ ਇਹਦੇ ਨਾਲ ਇਕੱਲਾ ਇੱਕ ਸੋਸ਼ਲ ਪਾਲਿਸੀ ਹੀ ਨਹੀਂ, ਇੱਕ ਇਕਨੋਮਿਕ ਪਾਲਿਸੀ ਹੈ। ਬਿਲਕੁਲ। ਕਿਉਂਕਿ ਅਗਰ ਪਰਿਵਾਰ ਦੇ ਵਿੱਚ 2 ਮੈਂਬਰ ਕੰਮ ਕਰਦੇ ਨੇ ਤਾਂ ਤੁਹਾਡੀ ਜਿਹੜੀ ਗਵਰਨਮੈਂਟ ਦਾ ਟੈਕਸ ਹੈ ਉਹ ਕਿੰਨਾ ਵੱਧ ਜਾਂਦਾ ਤੇ ਪਲੱਸ ਜਿਹੜੀ ਉਹ ਪਰਿਵਾਰ ਦੀ ਆਪਣੀ ਆਰਥਿਕ ਸਥਿਤੀ ਹੈ ਉਹ ਵਧੀਆ ਹੋ ਜਾਂਦੀ ਹੈ। ਸੋ ਚਾਈਲਡ ਕੇਅਰ ਦੇ ਵਿੱਚ ਇਨਵੈਸਟ ਕਰਨਾ ਬਹੁਤ ਹੀ ਜ਼ਰੂਰੀ ਹੈ।
तो किमें असी फैडरल गवर्नमेंट के नाल प्राविंस नाल काम करके इन्हां चीज़ों वास्ते एडवोकेट कर सकते हैं जी। सो ये जिहड़े रोल होंदे आ मेयर दे ताकि अपने शहर दे विच वध तो वध इन्वेस्टमेंट तुसीं अट्रैक्ट कर सको इह ते वध तो वध जॉब्स क्रिएट कर सको उहदे नाल रिलेशनशिप होना बहुत जरूरी है जी। तुहाडा एक्सपीरियंस होना बहुत जरूरी है। मैं समझदा कि अपने कोल एक्सपीरियंस है। मैं फैडरल गवर्नमेंट दे विच 4 साल काम कीता जिहदे नाल मैनूं हर प्राविंस दे विच काम करन दा मौका मिलिया तो बहुत बड़े काम किए ने जिवें ट्रांस माउंटेन पाइपलाइन एक्सपेंशन प्रोजेक्ट इन्ने बिलियंस डॉलर का प्रोजेक्ट है जिहड़ा हुण चल रहा तो कंप्लीट हो रहा वो मैनू नेपरे चाढ़न का मौका मिलिया उहदे नाल बहुत लोगों नाल काम करन का मौका मिलिया। LRT नूं एक्सपैंड करन दा जिहड़ा तुसीं देखो एड्डा वड्डा उपराला है मैं शुरू किया सी ते हुण सारे शहर दे विच LRT एक्सपैंड हो रही है। सड़कों नूं बनाउण दी गल है जिथे जिथे ट्रैफिक की प्रॉब्लम आ रही है पहलां वाइट मड ते आउंदी सी ਉਹਦੇ ਵਿੱਚ मैं सिटी काउंसलर के तौर पर इन्वेस्टमेंट करवाई तो वाइट मड ਨੂੰ एक्सपैंड किया। हुण येलो हैड की प्रॉब्लम आती सी एज ए फैडरल मिनिस्टर $1 बिलियन की इन्वेस्टमेंट मैं प्राविंस की सिटी ते फैडरल गवर्नमेंट की लैके आंदी तो हुण येलो हैड एक्सपैंड हो रही है। 50th स्ट्रीट ते 82 एवेन्यू के उपर जी रेल क्रॉसिंग है हाँ जी कि देखो कितनी वड्डी प्रॉब्लम आ रही है कि जदों असी मिलवुड के विचों या मैडोज़ के विचों डाउनटाउन जाना होंदा है ਜਾਂ ਬੌਨੀ ਡੂਨੀਆ यूनिवर्सिटी जाना होंदा किन्नी वार सानूं उत्थे स्टक होना पैंदा ते अद्धा पौना घंटा कई वार स्टक होना पैंदा ते उत्थे ट्रक भी किन्ने चलदे ने उत्थे डिलीवरी वाले ट्रक ग्रैवल वाले ट्रक होर ट्रांसपोर्टेशन नैटवर्क मेजर कोरीडोर है 50th स्ट्रीट ਉਹਦੀ ਜਿਹੜੀ ਗ੍ਰੇਡ ਸੈਪਰੇਸ਼ਨ ਹੋਵੇ ਉਹਦੇ ਵਾਸਤੇ ਇਨਵੈਸਟਮੈਂਟ ਆਪਾਂ ਸ਼ਹਿਰ ਦੇ ਵਿੱਚ ਲੈ ਕੇ ਆਂਦੀ। ਮਿਲਵੁੱਡ ਦੇ ਵਿੱਚ ਫਲੱਡ ਬਹੁਤ ਆਉਂਦੇ ਸੀਗੇ ਉਹਨਾਂ ਨੂੰ ਰੋਕਣ ਵਾਸਤੇ ਸੋ ਹੋਰ ਵੀ ਬਹੁਤ ਹੈਗੀਆਂ ਇਨਵੈਸਟਮੈਂਟ। ਮੈਂ ਸਮਝਦਾ कि जो अपना तजर्बा है फैडरल गवर्नमेंट के नाल प्राविंस के नाल काम करदा ते जिहड़ा अपने रिलेशनशिप बिल्ड होए आ उन्हां नूं आपां वधिया ढंग दे नाल यूटिलाइज कर सकते हैं अपने शहर की तरक्की वास्ते इत्थे होर इन्वेस्टमेंट लैके आउण वास्ते ते जदों लोग इत्थे मूव हुंदे आ उन्हां नूं सुविधावां मिल सकन। अखीर दे विच मैं कहना चाहुंदा कि जो मेजॉरिटी पापूलेशन एडमिंटन दे ते अलबर्टा दे विच आउणी है वो इमीग्रेशन करके आउणी है। बिल्कुल इमीग्रेशन दुनिया के पूरे वक्रे वक्रे हिस्सों के इस करके बहुत जरूरी है कि एक सद्भावना बनी रहे जिहड़ा नस्लवाद है वो उभरे ना तो उन्होंने खत्म किया जा सके। ये वास्ते भी शहर में चिंतित होने की लड़ है तो मैं समझदा कि देखो मैनू भी नस्लवाद का सामना करना पिया तुहानू भी जरूर करना पिया सारिਆਂ करना पैंदा है। आपां नूं इदां दा समाज सिरजना चाहिए इदां दा शहर बनाउणा चाहिए भी जिथे हर जो नवा व्यक्ति आ रहा उन्होंने जी आया वैलकमिंग होवे उन्होंने ये लगे कि भावें मैं अज आया या 10 साल पहला आया एडमिंटन मेरा अपना शहर है जी मैं इत्थे अपने परिवार दे विच सुरक्षित रह सकदा मेरी सेफ्टी की मैनू कोई चिंता नहीं होनी चाहिए मैनू इत्थे एक वधिया जॉब मिल सकती है मैनू इत्थे एक अफोर्डेबल जिहड़ा हाउस है मैं बाय कर सकदा ਉਹਦੇ ਵਿੱਚ ਰਹਿਣ ਦਾ ਮੈਨੂੰ मौका मिल सकता है। मेरी ਜਿਹੜੀਆਂ पब्लिक सर्विसिज ने भावें ਉਹ पुलिस है फायर सर्विस है पब्लिक ट्रांजिट हैगी है लाइब्रेरीज ने रैक सेंटर्स ने असीं किन्ने सोहणे रैक सेंटर बना रहे हैं साडे शहर दे विच मैडोज़ हो गया वैस्ट एंड दे विच बन रहा ते ट्रिवेलिगर ये सारियां चीज़ां सारियां नूं यूज़ करन वास्ते मौके मिलने चाहिए आ। इस करके एक सद्भावना वाला शहर जिथे हर एक बंदा हर व्यक्ति ये समझदा हो कि हाँ ये मेरा अपना शहर है मेरा ये विजन है एटलीस्ट कि मैं चाहना कि इदां दा शहर होवे जिथे मौके होण हर तरीके हर नूं तरक्की करने वास्ते जी। सोही साहब इंफ्रास्ट्रक्चर नूं लैके रडार सिस्टम नूं लैके होर भी काफ़ी सवाल ने समा ब्रेक का हो चुका ब्रेक तो बाद इन्हां मुद्दों पर गलबात असीं जारी रखते हैं जी। ठीक है तुसीं देखते रहना जी प्रोग्राम एडमिंटन डायरी जल्द हाजिर होने जी। प्रोग्राम एडमिंटन डायरी ਦੇ ਵਿੱਚ ब्रेक तो बाद आप जी का फिर तो स्वागत है जी और साडी गलबात चल रही है सरदार अमरजीत सोही दे नाल ਜਿਹੜੇ कि इस ਵੇਲੇ एडमिंटन शहर तो मेयर का इलैक्शन लड़न जा रहे हैं। सोही साहब मुड़ जी आए थैंक यू मनजीत। एक करारा सवाल तिखा सवाल हाँ दसो ਜਿਹੜੀਆਂ अपोजिशन ਤੁਹਾਡੇ कैंडीडेट खड़े ने ਉਹਨਾਂ ਵੱਲੋਂ एक इल्ज़ाम लगाया जा रहा कि सोही साहब ਜਦੋਂ MP बने ਇਹਨਾਂ ਨੇ ਆਪਣੇ ਆਫਿਸ ਦੇ ਫਰਨੀਚਰ ਲਈ ਜਾਂ ਰੈਨੋਵੇਸ਼ਨ ਦੇ ਲਈ $8.5 ਲੱਖ ਖਰਚ ਕੀਤਾ ਜੀ ਜਾਂ ਜਦੋਂ MC ਸੀਗੇ ਤੁਸੀਂ ਇੱਥੇ ਕਾਉਂਸਲਰ ਸੀਗੇ ਜਦੋਂ ਤੁਸੀਂ ਪ੍ਰਮੋਟ ਹੋ ਕੇ ਆਟੋਵਾ ਪਹੁੰਚੇ ਉਦੋਂ ਇੱਥੋਂ ਵੀ ਮੋਟੀ ਰਕਮ ਤੁਹਾਨੂੰ ਮਿਲੀ। ਸੋ ਇਸ ਬਾਰੇ ਕੀ ਕਲੀਅਰ ਕਰਨਾ ਚਾਹੋਗੇ ਆਪਣੀ ਆਡੀਅנס ਨੂੰ
देखो मनजीत, पहली गल तो मैं ये कहांगा कि मैं तुहाडा धन्नवाद करना चाहना क्योंकि तुसीं मैनूं ये दोनों सवाल पूछे जी, क्योंकि दोनों सवाल जो बाहर फैलाए जा रहे हैं, हाईलाइट किए जा रहे हैं, वो दोनों ही गलत ने। देखो, सानूं तत्थां ते अपने फैसले करने चाहिए। तत्थ ये है कि जदों मैं प्राइम मिनिस्टर जस्टिन ट्रूडो उन्होंने मैनूं इंफ्रास्ट्रक्चर की मिनिस्ट्री दी जी, उस तो पहला कोई भी इंफ्रास्ट्रक्चर की मिनिस्ट्री नहीं सी हुंदी ते मेरा मैंडेट ये सीगा कि नवी मिनिस्ट्री एस्टैबलिश करनी है जी। उहदे वास्ते असीं 35 जिहड़ा स्टाफ मैंबरस ने हायर कीते, ऑफिशियल्स, पोलीटिकल स्टाफ, सपोर्ट स्टाफ। उन्हां 35 स्टाफ्स वास्ते दफ्तर भी चाहिए सी, तुहानूं मीटिंगां करन वास्ते जिहड़े शेयर्ड रूम भी चाहिए होंदे, तुहानूं उत्थे वाशरूम भी चाहिए, जिहड़े बाहरों गैसट आउंदे उन्हां मीटिंग वास्ते भी चाहिए। सो उन्हां 35 स्टाफ नूं ते इंफ्रास्ट्रक्चर मिनिस्ट्री नूं सैटल करन वास्ते $8,35,000 की कॉस्ट आई सी जी। जिहड़ी अपोजिशन वाले ये कह रहे कि अमरजीत के दफ्तर ते लगी, जो कि बिल्कुल ही गलत है। वो 35 स्टाफ मैंबरस नूं अकोमोडेट करने वास्ते वो होया सीगा। देखो, अपोजिशन का फर्ज होंदा है, फर्ज नहीं उन्हां दा रोल होंदा कि उन्होंने देखो जी इलैक्शन च मुद्दे उछाले जांदे, गलत गल कहनी चाहिए। पर पहली गल है कि अगर कोई व्यक्ति तुहानूं झूठ बोल के तुहाडी वोट लै रहा है, मैं समझदा कि वो तुहाडी वोट का हकदार नहीं है जी। तत्थां ते गल करनी चाहिए है। तत्थ सामने ने, तुसीं रिसर्च करके देख सकते हो। तो वो दफ्तर का जिहड़ा बनाउण दा काम भी सीगा, ਉਹ ना तो इंफ्रास्ट्रक्चर मिनिस्ट्री के थले सीगा, वो जिहड़ा एक वखरा डिपार्टमेंट है पब्लिक प्रोक्योरमेंट का डिपार्टमेंट, उन्होंने डिटरमिन किया किन्ना बनना चाहिए, किवें बनना चाहिए, कदों बनना चाहिए। जो इंडिपेंडेंट फैसला सीगा। जिहड़ा दूसरा तुसीं सवाल किया कि ट्रांजिशन अलाउंस का जिहड़ा, वो इस तरह कि जदों कोई भी कौंसलर इलैक्ट हुंदा उहदी की पे होनी चाहिए है, उहदे की बेनीफिट होने चाहिए, की उहदा ट्रांजिशन अलाउंस होना चाहिए जदों जॉब छड्ड के जाते हैं। वो कौंसल मैंबर डिटरमिन नहीं करते, वो एक थर्ड पार्टी इंडिपेंडेंट बॉडी है जिहड़ी डिटरमिन करती है जी। जदों मैं इलैक्शन लड़ी सी 15 दे विच जी, अगस्त 2 नूं रिट ड्रॉप हुई सी, इलैक्शन कॉल हुई सी ते 2.5 महीने मैं सिटी तो कोई सैलरी नहीं लई। अच्छा जी। नहीं, ते नाल मैं काम करता रहा, जो भी मेरे कंस्टिट्यूएंट सीगे उन्हां जिहड़े कंसर्न सी वो हैंडल करता रहा। सो 2 अगस्त तो बाद मैं कोई सिटी तो सैलरी नहीं लई। जिहड़ा अलाउंस मैनूं मिलिया बाद दे विच वो एक कॉम्पनसेशन का हिस्सा सीगा जो हर एक कौंसलर नूं मिलदा। सो ये तत्थ ने राइट। इन्हां तत्थां दे अनुसार मैं तो यही कहांगा तुहाडे सारे व्यूअर्स नूं कि प्लीज़ अगर कोई सवाल होंदा तो पुछ लिया करो राइट। तुसीं भी मैनूं बिल्कुल जी धन्नवाद है तुहाडा क्योंकि मैनूं चंगा लग्या तुसीं पुछया। बहुत सारे क्वेश्चन मार्क होंदे ने, क्लीयर हो जाण समय सिर। कदे झिझक नहीं करनी चाहिए अगर किसी बारे कोई, क्योंकि मेरा तो पहले दिन तो रहा कि जिहड़ी ट्रांसपेरेंसी जी बहुत जरूरी होंदी है। लोकां नूं पता होवे तुसीं की हो, की करदे हो, क्यों करदे हो, ते तुहाडी की हिस्टरी है, तुहाडा की विचार ने, ते तुहाडे की एक्शन ने। अगर किसी को भी कोई भुलेखा हो तो पुछ लेना बहुत जरूरी है। बिल्कुल जी। तो सोही साहब अगला सवाल हैगा जी स्पीड लिमिट नूं लैके जी। अगस्त 6 मैनूं लगदा हफ्ता क लगभग रह गया वा, उदों तो एडमिंटन शहर दे विच खास करके अगर जैसपर रेवन्यू की गल कर लीए जां कुछ रेजीडेंशियल एरियाज़ दे विच स्पीड लिमिट सिटी वालों 40 की की जा रही है, 40 किलोमीटर प्रति घंटे की। सो ਉਹਦੀ एनफोर्समेंट ਜਿਹੜੀ ਹੈ ਜ਼ਰੂਰ ਸਪਟੈਂਬਰ 1 ਤੋਂ ਹੋਵੇਗੀ। ਉਹ ਇੱਕ ਕਹਿ ਲਓ ਵੀ ਤੁਹਾਨੂੰ ਪ੍ਰੈਪਰੇਸ਼ਨ ਦੇ ਲਈ ਟਾਈਮ ਦਿੱਤਾ ਵੀ ਗੈਟ ਰੈਡੀ ਫॉर दैट। ਤੇ ਇੱਕ ਇਹ ਮੁੱਦਾ ਵਾ, ਇਹਦੇ ਉੱਪਰ ਤੁਹਾਡੀ ਟਿੱਪਣੀ। ਤੇ ਦੂਜਾ ਹੈਗਾ ਜੀ ਫੋਟੋ ਰਡਾਰ, ਕਿਉਂਕਿ ਫੋਟੋ ਰਡਾਰ ਕਈ ਹੋਰ ਕੈਂਡੀਡੇਟ ਨੇ ਮੇਅਰਸ਼ਿਪ ਦੇ, ਉਹ ਕਹਿ ਰਹੇ ਵੀ ਅਸੀਂ ਟੋਟਲੀ ਅਗੇਂਸਟ ਹਾਂ ਇਹਦੇ, ਕਿਉਂਕਿ ਇਹਦੇ ਨਾਲ ਕੋਈ ਇਫੈਕਟਿਵ ਜੋ ਆਊਟਕਮ ਆਉਣੀ ਚਾਹੀਦੀ ਸੀ ਕਿ ਬਈ ਐਕਸੀਡੈਂਟਸ ਦੇ ਵਿੱਚ ਕਮੀ ਆਈ ਆ, ਲੋਕਾਂ ਦੀ ਡਰਾਈਵਿੰਗ ਹੈਬਿਟਸ ਠੀਕ ਹੋਈਆਂ ਨੇ, ਉਹ ਨਜ਼ਰ ਨਹੀਂ ਆ ਰਿਹਾ। ਰਾਦਰ ਇੱਕ ਕੈਸ਼ ਖਾਓ ਆ ਸਿਟੀ ਲਈ, ਜਸਟ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਆ। ਇਹਨਾਂ ਦੋਵਾਂ ਮੁੱਦਿਆਂ ਉੱਪਰ ਆਪਣੀ ਰਾਏ ਦੇ ਵਿੱਚ। ਸੋ ਪਹਿਲੀ ਗੱਲ ਤਾਂ ਕਿ ਜਿਹੜਾ ਫੋਟੋ ਰੇਡਾਰ ਦਾ ਰੈਵਨਿਊ ਹੈ ਜੀ ਉਹ ਸਿਟੀ ਕੋਲ ਨਹੀਂ ਜਾਂਦਾ, ਉਹਦਾ ਇੱਕ ਹਿੱਸਾ ਪ੍ਰੋਵਿੰਸ ਕੋਲ ਜਾਂਦਾ ਜੀ, ਤੇ ਉਹਦਾ ਕੁਝ ਥੋੜਾ ਹਿੱਸਾ ਜਿਹੜਾ ਉਹ ਪੁਲਿਸ ਦੇ ਕੋਲ ਆਉਂਦਾ, ਐਡਮਿੰਟਨ ਪੁਲਿਸ ਸਰਵਿਸ ਦੇ ਕੋਲ। ਠੀਕ ਹੈ ਜੀ ਰਾਈਟ। ਤੇ ਅਗੇਨ ਮੈਂ ਉਸੇ ਗੱਲ ਤੇ ਆਵਾਂਗਾ ਕਿ ਸਾਨੂੰ ਫੈਸਲੇ ਹਮੇਸ਼ਾ ਤੱਥਾਂ ਦੇ ਆਧਾਰ ਤੇ ਕਰਨੇ ਚਾਹੀਦੇ ਆ ਕਿ ਫੋਟੋ ਰੇਡਾਰ ਸਾਡੇ ਸ਼ਹਿਰ ਦੇ ਵਿੱਚ ਸੇਫਟੀ ਵਧਾ ਰਿਹਾ ਜਾਂ ਨਹੀਂ ਵਧਾ ਰਿਹਾ ਜੀ। ਕੁਝ ਲੋਕੇਸ਼ਨਸ ਹੈਗੀਆਂ ਜਿੱਥੇ ਵਧਾ ਰਿਹਾ ਹੋਣਾ, ਕੁਝ ਲੋਕੇਸ਼ਨਸ ਨਹੀਂ ਹੋਣੀਆਂ ਜਿੱਥੇ ਨਹੀਂ ਵਧਾ ਰਿਹਾ ਹੋਣਾ।
इस करके डिप्लॉयमेंट उत्थे होनी चाहिए जिथे सब तो वध कोई चीज़ इफैक्टिव हैगी आ। इस तरह स्पीड की जिहड़ी गल है, स्पीड दे विच कंसिस्टेंसी होनी चाहिए है ताकि लोगों को कन्फ्यूजन ना हो। अगर 40 की स्पीड है तो लोगों को पता हो कि हाँ 40 की स्पीड है, अगर 50 की है तो पता हो कि 50 की है, या 30 की है तो 30। हुण इस वेले की प्रॉब्लम आ रही है कि कंसिस्टेंसी नहीं हैगी। कुछ एरिया दे विच 30 की स्पीड हो जाती है, कुछ एरिया दे विच 40 की हो जाती है, फिर अगे जाके 50 की हो जाती है, फिर 60 की हो जाती है, कई तो 80 की हो जाती है, राइट। पर जिहड़ा गोल ये है कि साडियां जिहड़ियां सड़कां ने वो सेफ होण, एक्सीडेंट घट होण, पेडेस्ट्रीयन दे नाल कोलिजन घट होवे, लोकां दी जान बचे। अगर किते एक्सीडेंट हो भी जाता है, राइट, उहदे विच इंजरी दा जिहड़ा इंटेंसिटी हैगी है घट तो घट होवे। जीरो विजन जिहड़ा है, जीरो इंजरी या जीरो फैटैलिटी विजन जो सिटी कौंसल ने लैके आंदा, वो एक बहुत वधिया विजन है। उन्होंने अचीव करने वास्ते जिहड़े उपराले ने वो इफैक्टिव होने चाहिए तो उहदे विच लोकां दी बाय इन होनी चाहिए, क्योंकि लोकां नूं पता होवे कि क्यों ये हो रहा है। कई बार इदा कि असीं कम्यूनीकेट नहीं करते, दसदे नहीं, तो लोगों को जो पता भी नहीं होंदा, फिर जो कदे टिकट मिल जाती है फिर लगता कि नहीं आ की हो गया, राइट। सो एजुकेशन बहुत जरूरी हैगी है, तो कंसिस्टेंसी बहुत जरूरी हैगी है, तो नाल फैक्ट बेस्ड होना चाहिए कि जिहड़ा असीं प्रोग्राम लैके आ रहे हैं जां जिहड़ा असीं कोई इदां दी चीज़ इंप्लीमेंट कर रहे हैं, जां फोटो रेडार हैगी, स्पीड लिमिट हैगी, कि इहदे नाल एक्चुअली सेफ्टी इंप्रूव हो रही है या नहीं हो रही। जी, एक इहदे नाल रिलेटेड होर सवाल है जी। मैं कुछ एरिया विच खुद उत्थे ऑबजर्व किया, शायद तुसीं भी किया होवे, कि स्कूल जोन चल रही है जी 30 की जी, स्कूल जोन खत्म होंदी है, प्लेग्राउंड जोन कह देना अजकल उन्होंने ਆਪਾਂ, हार्डली 10 मीटर्स आ, उस तो बाद फिर स्कूल जोन शुरू हो जाती है। हाँ, सो आई बिलीव वो एक तो कन्फ्यूजन क्रिएट कर रहा वा, ਜਾਂ ਇਸ ਤੋਂ ਇਲਾਵਾ ਆਪਾਂ ਐਕਸਟਰਾ ਸਾਈਨ ਤੇ ਖਰਚ ਕਰ ਰਹੇ ਹਾਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਰਿਵਿਊ ਕਰਨ ਦੀ ਲੋੜ ਹੈ। ਬਿਲਕੁਲ, ਜਿਹੜੀਆਂ ਕੁਝ ਸਾਈਟ ਸਪੈਸੀਫਿਕ ਇਦਾਂ ਦੀਆਂ ਹੁੰਦੀਆਂ ਵੀ ਜਿੱਥੇ ਉਹੀ ਗੱਲ ਕੰਸਿਸਟੈਂਸੀ ਦੀ ਆ ਗਈ ਨਾ, ਵੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਜੀ ਕਿ ਕੀ ਹੈ, ਕਿ 30 ਹੈ, 40 ਹੈ, 50 60 ਜੋ ਕਿ। ਤੇ ਦੋ ਸਵਾਲ ਹੋਰ ਜੀ ਇਕੱਠੇ ਆ ਰਹੇ ਤੁਹਾਡੇ ਵੱਲ। ਇੱਕ ਹੈਗਾ ਜੀ ਪ੍ਰੋਪਰਟੀ ਟੈਕਸ ਨੂੰ ਲੈ ਕੇ, ਕਿਉਂਕਿ ਆਪਾਂ ਡਾਲਰ ਵੈਲਿਊ ਦੀ ਗੱਲ ਕਰਦੇ ਹਾਂ ਵੀ ਜਿੰਨੇ ਅਸੀਂ ਟੈਕਸ ਲੈ ਰਹੇ ਹਾਂ ਐਡਮਿੰਟੋਨੀਅਨਸ ਦੇ ਕੋਲੋਂ ਜਾਂ ਸਿਟੀਜ਼ਨਸ ਦੇ ਕੋਲੋਂ, कि उन्होंने टैक्स की जी वैल्यू डॉलर की पूरी मिल रही है। प्रॉपर्टी टैक्स दे विच जी डाटा इकट्ठा किया गया टोरंटो, कैलगरी ते एडमिंटन, ते एडमिंटन शहर दे विच प्रॉपर्टी का टैक्स सब तो वध। नंबर 2, जिहड़ी नवीं सिटी वालों गारबेज कलैक्शन की पॉलिसी शुरू की गई है, उहदे विच भी जिहड़ा टैक्स कैलगरी नाल कंपेयर करिए तो लगभग डबल है जी। कैलगरी विच $24 लग रहे हैं और एडमिंटन दे विच 48.32 डॉलर जिहड़े आ वो पर हाउस होल्ड लग रहे हैं। सो ये दोनों चीज़ां जिहड़ियां ने मैनूं लगदा भी काफ़ी वड्डा क्वेश्चन आ सिटी ऑफ एडमिंटन दे उपर। सो जदों भी असीं टैक्स की गल करते हैं जां कोई यूजर फीस की गल करते हैं तो सानूं इस गल का जरूर ख्याल रखना चाहिए कि असीं जो पे कर रहे हैं जी उहदे मुकाबले दियां सानूं सर्विसिज मिल रही ने कि नहीं मिल रही, राइट। अगर कैलगरी दे विच $24 है तो इत्थे $48 है, तो कि कैलगरी दे विच उही सर्विसिज मिल रही ने जो सानू एडमिंटन दे विच मिल रही ने। मैं तुहानूं अपना तजर्बा दस देना जी, एडमिंटन च सर्विस इन्नी वधिया नहीं हैगी। सो इहदा मतलब सानू वैल्यू नहीं मिल रही डॉलर्स दी, ते वैल्यू मिलना बहुत जरूरी हुंदा क्योंकि जे टैक्सिस लोकां दी हार्ड अर्नड मनी है। बिल्कुल, तुसीं काम करन तो बाद जो तुहानूं बचत हुंदी है उहदे विच असीं अपना टैक्स पे करदे हां, ते अगर उहदी सानू वैल्यू नहीं मिलदी वो बहुत जरूरी है। जदों असीं सिटी के बजट ते देखते हैं, majority जिहड़ा साडा बजट हैगा सिटी का उहदे विच एफिशिएंसी की लोड़ हैगी जी, उहदे विच इफैक्टिवनैस की लोड़ हैगी है, क्योंकि जिहड़ा साडा majority बजट कुछ डिपार्टमेंट ने जिन्हां दे विच जांदा, पुलिस, फायर, ट्रांजिट, राइट, ते बाकी जिहड़े होर डिपार्टमेंट कम्यूनिटी सर्विसिज हो गया, कल्चरल फैसिलिटीज़ हो गई, रैक्रिएशन सेंटर, इस तरह हो गया, राइट। सो क्राइटेरिया जो सानू बनाना चाहिए वो ये है कि सानू उस डॉलर की वैल्यू मिल रही है कि नहीं मिल रही। मैनू इस तरह लगता है कि कुछ एरिया मिलती है, कुछ एरिया नहीं मिलती जी। मेरा सवाल यही एक्चुअली कि अगर सानू उन्होंने एनालाइज करने की लोड़ हैगी है, तो अपनी कमिटमेंट ये हैगी है कि अगर मैं इलैक्ट होना तो जिहड़ा साडा सिटी का बजट है उन्होंने प्रॉपर ढंग दे नाल असीं एनालाइज करांगे, उन्होंने स्क्रूटनाइज करांगे, ਉਹਦੇ ਵਿੱਚ ਜਿਹੜੀਆਂ ਇਨਐਫੀਸ਼ੀਐਂਸੀਜ਼ ਹੈਗੀਆਂ ਉਹਨਾਂ ਨੂੰ ਖਤਮ ਕਰਾਂਗੇ
ਤੇ ਰਿਸੋਰਸਿਸ ਦੀ ਐਲੋਕੇਸ਼ਨ, ਸਾਡੀਆਂ ਜਿਹੜੀਆਂ ਆਊਟਕਮਸ ਅਸੀਂ ਲਿਆਉਣੀਆਂ ਚਾਹੁੰਦੇ ਆ ਉਹਨਾਂ ਦੇ ਨਾਲ ਮਿਲਣੀ ਚਾਹੀਦੀ ਆ। ਤੇ ਦੂਸਰਾ ਇਹ ਹੈ ਕਿ ਜਿਹੜੀ ਪ੍ਰੋਪਰਟੀ ਟੈਕਸ ਅਸੀਂ ਕਲੈਕਟ ਕਰਦੇ ਹਾਂ, ਬਹੁਤ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਅਗਰ $100 ਤੁਸੀਂ ਕਲੈਕਟ ਕਰਦੇ ਹੋ ਪ੍ਰੋਪਰਟੀ ਟੈਕਸਿਸ ਦੇ ਵਿੱਚ, ਜਾਂ ਇੱਕ ਘਰ ਦੇ ਵਿੱਚ ਫੋਰ ਐਗਜ਼ਾਮਪਲ ਕਿ ਤੁਸੀਂ $3000 ਟੈਕਸ ਪੇ ਕਰਦੇ ਹੋ ਸਿਟੀ ਨੂੰ, ਉਹ 3000 ਦੇ ਵਿੱਚੋਂ ਜਿਹੜਾ 30% ਆ ਤਕਰੀਬਨ $900 ਪ੍ਰੋਵਿੰਸ ਨੂੰ ਜਾਂਦਾ ਹੈ। ਅੱਛਾ ਜੀ, ਰਾਈਟ। ਸਾਡੇ ਕੋਲ ਨਹੀਂ ਰਹਿੰਦਾ, ਸਿਟੀ ਕੋਲ ਨਹੀਂ ਰਹਿੰਦਾ। ਹੁਣ ਕੁਐਸਚਨ ਇਹ ਹੈ ਕਿ ਜਿਹੜੇ $900 ਅਸੀਂ ਪ੍ਰੋਵਿੰਸ ਨੂੰ ਦਿੰਦੇ, ਉੱਦਾਂ ਤਾਂ ਕਹਿੰਦੇ ਕੋਈ ਐਜੂਕੇਸ਼ਨ ਵਾਸਤੇ ਆ, ਪਰ ਉਹ ਐਜੂਕੇਸ਼ਨ ਵਾਸਤੇ ਨਹੀਂ ਜਾਂਦਾ, ਉਹ ਪ੍ਰੋਵਿੰਸ ਦੇ ਜਨਰਲ ਰੈਵਨਿਊ ਦੇ ਵਿੱਚ ਜਾਂਦਾ। ਪਰ ਕੀ ਸਾਡੇ ਸ਼ਹਿਰ ਨੂੰ ਉਹਦੀ ਵੈਲਿਊ ਮਿਲ ਰਹੀ ਹੈ? ਕੀ ਸਰਵਿਸਿਜ਼ ਤੁਹਾਨੂੰ ਮਿਲ ਰਹੀਆਂ ਨੇ $900 ਜੋ ਤੁਸੀਂ ਪੇ ਕਰਦੇ ਹੋ ਪ੍ਰੋਵਿੰਸ ਨੂੰ? ਕੀ ਸਾਡਾ ਕੋਈ ਗਾਰਬੇਜ ਕਲੈਕਸ਼ਨ ਕਰ ਰਹੀ ਹੈ ਪ੍ਰੋਵਿੰਸ, ਜਾਂ ਸਾਡੀਆਂ ਟ੍ਰਾਂਜ਼ਿਟ ਦੀ ਸਪੋਰਟ ਕਰ ਰਹੀ ਹੈ? ਹਾਂ, ਇਨਫਰਾਸਟਰਕਚਰ ਦੇ ਵਿੱਚ ਕਰਦੀ ਹੈ, ਜਾਂ ਸਾਡੀ ਪੁਲਿਸ ਦੇ ਵਿੱਚ ਕਰੇ? ਬੜਾ ਥੋੜ੍ਹਾ ਜਿਹਾ ਬਜਟ ਪੁਲਿਸ ਦਾ ਜਿਹੜਾ ਪ੍ਰੋਵਿੰਸ ਦੇ ਵਿੱਚੋਂ ਆਉਂਦਾ। ਕੀ ਸਾਡੀਆਂ ਜਿਹੜੀਆਂ ਫਾਇਰ ਡਿਪਾਰਟਮੈਂਟ ਦੀ ਸਪੋਰਟ ਕਰੇ? ਨਹੀਂ ਕਰ ਰਹੀ। ਕੁਝ ਵੀ ਸਾਨੂੰ ਸਪੋਰਟ ਉਹ $900 ਅਸੀਂ ਜੋ ਪੇ ਕਰ ਰਹੇ ਹਾਂ ਉਹਦੀ ਨਹੀਂ ਆ ਰਹੀ। ਪਰ ਲੋਕਾਂ ਨੂੰ ਨਹੀਂ ਪਤਾ, ਬਹੁਤ ਲੋਕਾਂ ਨੂੰ ਇਸ ਗੱਲ ਦਾ ਨਹੀਂ ਅਹਿਸਾਸ ਕਿ 30% ਜਿਹੜਾ ਸਾਡਾ ਟੈਕਸ ਹੈ ਪ੍ਰੋਪਰਟੀ ਟੈਕਸ, ਇਨਕਮ ਟੈਕਸ ਦਾ ਅਸੀਂ ਦਿੰਦੇ ਹੀ ਦਿੰਦੇ ਹੈਗੇ, ਬਿਲਕੁਲ, ਕਾਰਪੋਰੇਟ ਟੈਕਸ ਅਸੀਂ ਦਿੰਦੇ ਹੀ ਦਿੰਦੇ ਹੈਗੇ ਆ, ਜਿਹੜਾ ਫੈਡਰਲ ਗਵਰਨਮੈਂਟ ਨੂੰ GST ਵਾਲਾ ਵਗੈਰਾ ਅਸੀਂ ਦਿੰਦੇ ਆ, ਵੱਖਰੇ ਨੇ। ਪਰ ਪ੍ਰੋਪਰਟੀ ਟੈਕਸ ਇੱਕੋ ਇੱਕ ਸਾਧਨ ਹੈ ਸਿਟੀ ਦਾ ਪੈਸੇ ਰੇਜ਼ ਕਰਨ ਦਾ, ਉਹਦੇ ਵਿੱਚ ਵੀ 30% ਜਿਹੜੀ ਪ੍ਰੋਵਿੰਸ ਲੈ ਜਾਂਦੀ ਆ। ਤੇ ਨਾਲ ਅਸੀਂ ਸਰਵਿਸ ਜਿਹੜੀਆਂ ਪ੍ਰੋਵਾਈਡ ਕਰਨੀਆਂ ਉਹ ਕਿੰਨੀਆਂ ਜ਼ਰੂਰੀ ਨੇ। ਸਨੋ ਰਿਮੂਵਲ ਦੀ ਕਿੰਨੀ ਜ਼ਰੂਰਤ ਹੈਗੀ ਆ ਕਿ ਸਾਡੀਆਂ ਸੜਕਾਂ ਵਿੰਟਰ ਦੇ ਵਿੱਚ ਸਾਫ਼ ਹੋਣ, ਸਮਰ ਦੇ ਵਿੱਚ ਸਾਫ਼ ਹੋਣ, ਉਹਦੇ ਵਾਸਤੇ ਸਾਨੂੰ ਟੈਕਸ ਦੀ ਲੋੜ ਹੈਗੀ ਹੈ। ਮੈਂ ਟੋਕਣਾ ਚਾਹੂੰਗਾ ਤੁਹਾਨੂੰ ਇੱਥੇ। ਮੇਰੇ ਕੁਝ ਫਰੈਂਡਸ ਨੇ, ਪਤਾ ਲੱਗਦਾ ਉਹਨਾਂ ਤੋਂ ਗੱਲਬਾਤ ਹੁੰਦੀ ਹੈ ਜਦੋਂ, ਉਹ ਕਹਿੰਦੇ ਵੀ ਜਦੋਂ ਸੋਹੀ ਸਾਹਿਬ ਕਾਉਂਸਲਰ ਹੁੰਦੇ ਸੀ ਨਾ, ਇਹਨਾਂ ਦੀ ਇੱਕ ਸ਼ਲਾਘਾ ਕਰਨੀ ਬਣਦੀ ਆ ਵੀ ਪਰਟੀਕੂਲਰਲੀ ਇਕੱਲੇ ਘਰ ਦੇ ਅੱਗੋਂ ਸਨੋ ਜਿਹੜੀ ਆ ਆਪਣੀ ਕਨਸਟੀਟਿਊਐਂਟ ਦੇ ਵਿੱਚੋਂ ਉਹ ਚੱਕੀ ਜਾਂਦੀ ਸੀਗੀ। ਪਰ ਅੱਜ ਕੱਲ੍ਹ ਉਹ ਫੈਸਿਲਿਟੀ ਲੋਕਾਂ ਨੂੰ ਨਹੀਂ ਮਿਲ ਰਹੀ। ਨਾਲ ਦੇ ਨਾਲ ਘਾਹ ਕੱਟਣ ਦੀ ਸਮੱਸਿਆ ਵੀ ਬਹੁਤ ਪਿਛਲੇ ਸਾਲਾਂ 'ਚ ਦੇਖੀ ਗਈ। ਇਸ ਸਾਲ 'ਚ ਮੈਨੂੰ ਲੱਗਦਾ ਵੀ ਇਲੈਕਸ਼ਨ ਈਅਰ ਆ ਤਾਂ ਥੋੜ੍ਹਾ ਜਿਹਾ ਬੈਟਰ ਲੱਗ ਰਿਹਾ। ਤੇ ਈਵਨ ਮਸਕੀਟੋ ਦੀ ਪ੍ਰੋਬਲਮ ਬਹੁਤ ਵੱਡੀ ਸੀ, ਕੋਈ ਸਪਰੇਅ ਵਗੈਰਾ ਸਿਟੀ ਵੱਲੋਂ ਨਹੀਂ ਕੀਤੀ ਗਈ। ਸੋ ਤੁਹਾਡੇ ਕੀ ਟਾਰਗੇਟ ਹੋਣਗੇ ਇਹਨਾਂ ਚੀਜ਼ਾਂ ਨੂੰ ਲੈ ਕੇ? ਦੇਖੋ, ਕੁਆਲਿਟੀ ਸਰਵਿਸਿਜ਼ ਮਿਲਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਜੀ, ਕਿਉਂਕਿ ਅਗਰ ਸਾਡੀ ਸਨੋ ਟਾਈਮ ਸੇ ਰਿਮੂਵ ਨਹੀਂ ਹੁੰਦੀ, ਸਾਡੀਆਂ ਸੜਕਾਂ ਵਧੀਆ ਢੰਗ ਦੇ ਨਾਲ ਸਾਫ਼ ਨਹੀਂ ਹੁੰਦੀਆਂ, ਅਸੀਂ ਕੰਮ ਤੇ ਟਾਈਮ ਸਿਰ ਨਹੀਂ ਜਾ ਸਕਦੇ, ਹਾਦਸੇ ਹੁੰਦੇ ਨੇ, ਐਕਸੀਡੈਂਟ ਹੁੰਦੇ ਆ, ਜਿਹੜੀਆਂ ਸਰਵਿਸਿਜ਼ ਸਾਨੂੰ ਮਿਲਣੀਆਂ ਨੇ ਉਹ ਸਾਨੂੰ ਟਾਈਮ ਸਿਰ ਨਹੀਂ ਮਿਲਦੀਆਂ। ਇਵੇਂ ਅਗਰ ਨੇਬਰਹੁੱਡ ਦੇ ਵਿੱਚ ਕਲੀਨ ਅਪ ਨਹੀਂ ਹੁੰਦੀ ਤਾਂ ਸਾਨੂੰ ਇਹ ਲੱਗਦਾ ਕਿ ਸਾਡਾ ਨੇਬਰਹੁੱਡ ਵਧੀਆ ਨੇਬਰਹੁੱਡ ਨਹੀਂ ਹੈ, ਤੁਹਾਡਾ ਜੀ ਨਹੀਂ ਕਰਦਾ ਬਾਹਰ ਜਾਣ ਵਾਸਤੇ, ਉੱਥੇ ਰਹਿਣ ਵਾਸਤੇ, ਤੇ ਉਸ ਨੇਬਰਹੁੱਡ ਦੀ ਜਿਹੜੀ ਓਵਰ ਕੁਆਲਿਟੀ ਲਾਈਫ ਹੁੰਦੀ ਹੈ ਉਹ ਡਾਊਨ ਹੋ ਜਾਂਦੀ ਹੈ। ਇਸ ਕਰਕੇ ਕੁਆਲਿਟੀ ਸਰਵਿਸਿਜ਼ ਦਾ ਮਿਲਣਾ ਬਹੁਤ ਜ਼ਰੂਰੀ ਹੁੰਦਾ। ਮੈਂ ਇਹ ਦੇਖਿਆ ਆਪਣੇ ਤਜਰਬੇ ਦੇ ਵਿੱਚ ਕਿ ਲੋਕੀ ਟੈਕਸ ਪੇ ਕਰਨਾ, ਭਾਵੇਂ ਸਾਨੂੰ ਚੰਗਾ ਨਹੀਂ ਲੱਗਦਾ, ਕੋਈ ਵੀ ਟੈਕਸ ਨਹੀਂ ਪੇ ਕਰਨਾ ਚਾਹੁੰਦਾ majority ਲੋਕੀ, ਰਾਈਟ, ਪਰ ਲੋਕੀ ਟੈਕਸ ਪੇ ਕਰਨਾ ਮਾਈਂਡ ਨਹੀਂ ਕਰਦੇ ਅਗਰ ਉਹਨਾਂ ਨੂੰ ਸਰਵਿਸ ਮਿਲੇ। ਬਿਲਕੁਲ ਸਰਵਿਸ ਦਾ ਮਿਲਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਲੋਕਾਂ ਨੂੰ ਪਤਾ ਵੀ ਹੈ ਜਿਹੜੀਆਂ ਕਲੈਕਟਿਵ ਸਰਵਿਸਿਜ਼ ਸੀ, ਜਿਹੜੀਆਂ ਸਰਵਿਸਿਜ਼ ਅਸੀਂ ਇੰਡੀਵਿਜੂਅਲੀ ਨਹੀਂ ਖਰੀਦ ਸਕਦੇ, ਰਾਈਟ, ਬਿਲਕੁਲ, ਅਸੀਂ ਆਪਣੇ ਆਪ ਨੂੰ ਇੰਡੀਵਿਜੂਅਲੀ ਫਾਇਰ ਡਿਪਾਰਟਮੈਂਟ ਦੇ ਥਰੂ ਪ੍ਰੋਟੈਕਟ ਨਹੀਂ ਕਰ ਸਕਦੇ ਅਨਲੈਸ ਅਸੀਂ ਇੰਸ਼ੋਰੈਂਸ ਲਵਾਂਗੇ। ਇੰਸ਼ੋਰੈਂਸ ਸਾਡੇ ਟੈਕਸਿਸ ਦੇ ਨਾਲੋਂ ਕਿਤੇ ਵੱਧ ਮਹਿੰਗੀ ਹੋ ਜਾਂਦੀ ਹੈ, ਰਾਈਟ। ਸੋ ਇਸ ਕਰਕੇ ਜਿਹੜੇ ਕਲੈਕਟਿਵ ਸਰਵਿਸਿਜ਼ ਹੈਗੀਆਂ ਉਹਨਾਂ ਵਾਸਤੇ ਲੋਕੀ ਟੈਕਸ ਪੇ ਕਰਨਾ ਮਾਈਂਡ ਨਹੀਂ ਕਰਦੇ, ਪਰ ਐਜ਼ ਲੌਂਗ ਐਜ਼ ਉਹਨਾਂ ਨੂੰ ਉਹਦੀ ਸਰਵਿਸ ਤੇ ਉਹਦੀ ਵੈਲਿਊ ਮਿਲਦੀ ਹੋਵੇ। ਜੀ, ਸੋਹੀ ਸਾਹਿਬ, ਤੁਸੀਂ ETS ਦੇ ਵਿੱਚ ਖੁਦ ਐਜ਼ ਏ ਡਰਾਈਵਰ ਕਰੀਅਰ ਕੀਤਾ ਹੋਇਆ, ਆਪਣਾ ਬੱਸ ਚਲਾਈ ਹੋਈ ਹੈ ਤੁਸੀਂ। ਰੀਸੈਂਟਲੀ ETS ਦੇ ਵਿੱਚ ਜਿਹੜੀ ਕਲੀਨਿੰਗ ਜੌਬਸ ਨੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨ ਦੀ ਗੱਲਬਾਤ ਚੱਲ ਰਹੀ ਹੈ। ਸੋ ਤੁਹਾਡਾ ਇਹਦੇ ਉੱਪਰ ਕੀ ਸਟੈਂਡ ਹੋਏਗਾ? ਮਨਜੀਤ, ਮੈਂ ਇਹ ਸਮਝਦਾ ਕਿ ਪਬਲਿਕ ਸਰਵਿਸਿਜ਼ ਦੀ ਪ੍ਰਾਈਵੇਟਾਈਜੇਸ਼ਨ ਲੋਕਾਂ ਦੇ ਤੇ ਲੋਕਾਂ ਦੀਆਂ ਤਨਖਾਹਾਂ ਕੱਟ ਕੇ ਤੇ ਉਹਨਾਂ ਦੇ ਬੈਨੀਫਿਟਸ ਕਰਕੇ ਅਗਰ ਕਰਦੇ ਹਾਂ ਤਾਂ ਉਹਦਾ ਸਭ ਤੋਂ ਵੱਡਾ ਨੁਕਸਾਨ ਸਾਡੀ ਇਕੋਨਮੀ ਨੂੰ ਹੁੰਦਾ। ਬਿਲਕੁਲ, ਕਿਉਂਕਿ ਸ਼ਹਿਰ ਦੇ ਵਿੱਚ ਵਧੀਆ ਜੌਬਸ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਤੁਹਾਨੂੰ ਇਨਫ ਪੇ ਕਰਦੀਆਂ ਹੋਣ, ਤੁਹਾਡੇ ਕੋਲ ਇਨਫ ਬੈਨੀਫਿਟ ਹੋਣ ਕਿ ਤੁਸੀਂ ਆਪਣੀ ਲੋਕਲ ਇਕੋਨਮੀ ਦੇ ਵਿੱਚ ਇਨਵੈਸਟ ਕਰ ਸਕਦੇ ਹੋ। ਜੇ ਲੋ ਪੇਇੰਗ ਜੌਬਸ ਹੋਣਗੀਆਂ ਉਹਦਾ ਫਾਇਦਾ ਤੁਹਾਡੀ ਇਕੋਨਮੀ ਨੂੰ ਨਹੀਂ ਹੁੰਦਾ ਤੇ ਉਹਨਾਂ ਪਰਿਵਾਰਾਂ ਨੂੰ ਤਾਂ ਹੋਣਾ ਹੀ ਨਹੀਂ ਹੈ ਜਿਨ੍ਹਾਂ ਨੂੰ ਲੋ ਇਨਕਮ ਦੇ ਵਿੱਚ ਕੰਮ ਕਰਨਾ ਪੈ ਰਿਹਾ। ਜਿਹੜੀਆਂ ਜੌਬਸ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸਮਝਦਾ ਕਿ ਸਿਟੀ ਦਾ ਬਹੁਤ ਮਾੜਾ ਫੈਸਲਾ ਹੈ,
ਕਿਉਂਕਿ ਪਹਿਲੀ ਗੱਲ ਤਾਂ ਇਸ ਖਿੱਤੇ ਦੇ ਵਿੱਚ ਕੰਮ ਕਰਨ ਵਾਲੇ ਲੋਕੀ ਨਵੇਂ ਇਮੀਗ੍ਰੈਂਟ ਨੇ ਜੀ, ਜਾਂ ਉਹ ਰੇਸ਼ਲਾਈਜ਼ ਮਾਈਨੋਰਟੀ ਕਮਿਊਨਿਟੀ ਦੇ ਵਿੱਚੋਂ ਨੇ, ਤੇ ਆਲਰੇਡੀ ਜਿਹੜੀ ਉਹਨਾਂ ਦੀ ਪੇ ਹੈ ਸਾਰੇ ਸਿਟੀ EMPLOYEES ਦੇ ਨਾਲੋਂ ਲੋ ਹੈ, ਘੱਟ ਆ, ਬਿਲਕੁਲ ਰਾਈਟ। ਤੁਸੀਂ ਹੁਣ ਲੋਐਸਟ ਪੇਡ EMPLOYEES ਦੀਆਂ ਜੌਬਸ ਕੱਟ ਕੇ ਉਹਨਾਂ ਦੇ ਅਗਰ ਅੱਜ ਉਹਨਾਂ ਨੂੰ $22 ਘੰਟੇ ਦੇ ਮਿਲ ਰਹੇ ਆ ਤਾਂ ਕੱਲ ਨੂੰ ਉਹ $17 ਤੇ ਕੰਮ ਕਰਨਗੇ। $5 ਕਿਹਨੇ ਲੈਣੇ ਆ? ਉਹ ਕੰਪਨੀ ਨੇ ਲੈਣੇ ਆ। ਸੋ ਇੱਕ ਮਿਡਲ ਮੈਨ ਤੁਸੀਂ ਇੰਟਰੋਡਿਊਸ ਕਰ ਰਹੇ ਹੋ, ਵਰਕਰਸ ਦਾ ਬੈਨੀਫਿਟ ਘਟਾ ਕੇ ਤੇ ਉਹਦੇ ਦੀਆਂ ਵੇਜਸ ਘਟਾ ਕੇ। ਮੈਂ ਸਮਝਦਾ ਕਿ ਕੋਈ ਵਧੀਆ ਡਿਸੀਜਨ ਨਹੀਂ ਹੈ ਸਿਟੀ ਦਾ। ਮੇਰੀ ਇਹ ਕਮਿਟਮੈਂਟ ਹੈਗੀ, ਮੈਂ ਆਲਰੇਡੀ ਇਹ ਪਬਲਿਕਲੀ ਕਰ ਚੁੱਕਿਆ, ਕਹਿ ਚੁੱਕਿਆ ਯੂਨੀਅਨ ਨੂੰ ਤੇ ਵੀ ਉਹਨਾਂ ਵਰਕਰਸ ਨੂੰ ਵੀ, ਅਗਰ ਮੈਂ ਇਲੈਕਟ ਹੁੰਦਾ ਮੇਅਰ ਤਾਂ ਜਿਹੜਾ ਫੈਸਲਾ ਇਹਨੂੰ ਰੱਦ ਕੀਤਾ ਜਾਵੇਗਾ ਤੇ ਮੁੜ ਕੇ ਉਹਨਾਂ ਵਰਕਰਸ ਨੂੰ ਫੇਰ ਹਾਇਰ ਕੀਤਾ ਜਾਵੇਗਾ। ਦੈਟਸ ਵੰਡਰਫੁਲ। ਤੇ ਸੋਹੀ ਸਾਹਿਬ, ਵੈਸੇ ਕਿਉਂਕਿ ਸਿਟੀ ਆਫ ਐਡਮਿੰਟਨ ਜਿਹੜੀ ਹੈ ਕਾਫੀ ਗਰੋ ਕਰ ਰਹੀ ਹੈ ਲਗਾਤਾਰ, ਤੇ ਮੁੱਦੇ ਵੀ ਬਹੁਤ ਨੇ ਪਰ ਸਮੇਂ ਦੀ ਘਾਟ ਆ। ਬਹੁਤ ਅੱਛਾ ਲੱਗਿਆ ਤੁਸੀਂ ਸਟੂਡੀਓ ਵਿੱਚ ਆਏ ਔਰ ਵੱਖ-ਵੱਖ ਮੁੱਦਿਆਂ ਪਰ ਬੜੀ ਵਿਵਾਕ ਜਿਹੜੀ ਗੱਲਬਾਤ ਕੀਤੀ ਆ। ਜਾਣ ਤੋਂ ਪਹਿਲਾਂ ਆਪਣੇ ਐਡਮਿੰਟਨ ਵਾਸੀਆਂ ਨੂੰ ਕੋਈ ਸੁਨੇਹਾ ਦੇਣਾ ਹੋ ਤਾਂ ਲਾ ਸਕਦੇ ਜੀ। ਮੈਂ ਤਾਂ ਇਹੀ ਕਹਾਂਗਾ ਸਾਰਿਆਂ ਨੂੰ, ਕਿਉਂਕਿ ਦੇਖੋ ਆਪਣੀ ਮਿਊਨਿਸਪਲ ਇਲੈਕਸ਼ਨ ਆ ਰਹੀ ਹੈ ਅਕਤੂਬਰ 18 ਨੂੰ ਜੀ। ਸੋ ਪਲੀਜ਼ ਹੀ ਤੁਸੀਂ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਪਾਰਟਿਸਿਪੇਟ ਕਰੋ। ਤੁਹਾਡੇ ਸਹਾਰੇ ਦੇ ਨਾਲ ਅੱਜ ਤੱਕ ਜੋ ਮੈਂ ਕੰਮ ਕੀਤੇ ਆ ਪੋਸੀਬਲ ਹੋਇਆ। ਸਿਟੀ ਕਾਉਂਸਲਰ ਤੁਸੀਂ ਮੈਨੂੰ ਇਲੈਕਟ ਕੀਤਾ 2007 ਦੇ ਵਿੱਚ ਤੇ 2015 ਤੱਕ ਮੈਂ ਤੁਹਾਡੇ ਬਿਹਾਫ ਤੇ ਕੰਮ ਕੀਤਾ। 2015 ਤੋਂ ਲੈ ਕੇ 19 ਤੱਕ ਐਜ਼ ਐਨ MP ਮਿਨਿਸਟਰ ਆਫ ਇਨਫਰਾਸਟ੍ਰਕਚਰ ਦੇ ਨੈਚੁਰਲ ਰਿਸੋਰਸਿਸ ਦੇ ਤੌਰ ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਪਰ ਉਹ ਤਾਂ ਹੀ ਸੰਭਵ ਹੋ ਸਕਿਆ ਕਿ ਤੁਸੀਂ ਮੈਨੂੰ ਉਸ ਮਕਾਮ ਤੇ ਪਹੁੰਚਾਇਆ, ਤੁਸੀਂ ਮੈਨੂੰ ਉੱਥੇ ਪਹੁੰਚਣ ਵਾਸਤੇ ਜੋ ਹੈਲਪ ਕੀਤੀ, ਉਸੇ ਹੈਲਪ ਦੀ ਮੈਨੂੰ ਹੁਣ ਲੋੜ ਹੈਗੀ ਹੈ। ਸੋ ਪਲੀਜ਼ ਜੋ ਵੀ ਤੁਸੀਂ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਉਹਨਾਂ ਨੂੰ ਇਨਕਰੇਜ ਕਰੋ ਕਿ ਉਹ ਮੇਰੀ ਸਪੋਰਟ ਕਰਨ। ਤੇ ਨਾਲ ਹੀ ਨਾਲ ਅਗਰ ਤੁਹਾਡਾ ਕੋਈ ਵੀ ਸਵਾਲ ਹੋਵੇ, ਔਖਾ ਹੋਵੇ ਸੌਖਾ ਹੋਵੇ, ਕੁਝ ਮਰਜ਼ੀ ਹੋਵੇ, ਸਿੱਧਾ ਹੋਵੇ, ਮੈਂ ਕਦੇ ਵੀ ਜਵਾਬ ਦੇਣ ਤੋਂ ਝਿਜਕਿਆ ਨਹੀਂ ਆ। ਤੇ ਜਵਾਬ ਵੀ ਤੁਹਾਨੂੰ ਤੱਥਾਂ ਦੇ ਅਨੁਸਾਰ ਤੇ ਦੇਵਾਂਗਾ, ਨਾ ਕਿ ਐਵੇਂ ਤੁਹਾਨੂੰ ਕੋਈ ਲਾਰਾ ਜਾਂ ਗਲਤ ਜਵਾਬ ਨਹੀਂ ਦੇਵਾਂਗਾ। ਜੋ ਹੈ ਉਹ ਤੁਹਾਨੂੰ ਦੱਸਾਂਗਾ। ਸੋ ਪਲੀਜ਼ ਕਦੇ ਵੀ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਸਿੱਧਾ ਪੁੱਛ ਸਕਦੇ ਹੋ, ਕਿਉਂਕਿ ਇਲੈਕਸ਼ਨ ਦੇ ਵਿੱਚ ਤੁਹਾਨੂੰ ਪਤਾ ਕਿ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਗਲਤ ਵੀ ਕਿਹਾ ਜਾਂਦਾ ਹੈ, ਰਾਈਟ। ਅਗਰ ਮੈਂ ਪਹਿਲੀ ਗੱਲ ਤਾਂ ਸਾਡੀ ਇਹ ਕਮਿਟਮੈਂਟ ਹੈ, ਮੈਂ ਹੁਣ ਤੱਕ ਆਪਾਂ ਅੱਧਾ ਘੰਟਾ ਗੱਲ ਕੀਤੀ ਆ, ਜੋ ਹੋਰ ਕੌਂਸਲ ਦੇ ਕੈਂਡੀਡੇਟ ਹੈਗੇ, ਮੇਅਰ ਕੈਂਡੀਡੇਟ ਹੈਗੇ ਆ, ਉਹਨਾਂ ਵਾਸਤੇ ਨਾ ਤਾਂ ਮੈਂ ਅੱਜ ਤੱਕ ਕੋਈ ਨੈਗੇਟਿਵ ਗੱਲ ਕਹੀ ਹੈ ਤੇ ਨਾ ਕਹਿਣੀ ਹੈ, ਰਾਈਟ। ਇਹੀ ਭਾਜੀ ਤੁਹਾਡੀ ਪੋਜ਼ਿਟਿਵ ਚੀਜ਼ ਹੈ। ਸਾਡਾ ਇਹ ਮਕਸਦ ਹੈ ਕਿ ਇਲੈਕਸ਼ਨ ਮੁੱਦਿਆਂ ਤੇ ਹੋਣੀ ਚਾਹੀਦੀ ਹੈ, ਇਲੈਕਸ਼ਨ ਵਿਚਾਰਾਂ ਤੇ ਹੋਣੀ ਚਾਹੀਦੀ ਹੈ, ਨਾ ਕਿ ਦੂਸ਼ਣਬਾਜ਼ੀ ਤੇ ਨਹੀਂ ਹੋਣੀ ਚਾਹੀਦੀ, ਰਾਈਟ। ਤੇ ਨਾ ਮੈਂ ਕਰਾਂਗਾ। ਅਗਰ ਕੋਈ ਤੁਹਾਨੂੰ ਮੇਰੇ ਬਾਰੇ ਕੁਝ ਕਹਿੰਦਾ ਤੁਸੀਂ ਮੈਨੂੰ ਸਿੱਧਾ ਪੁੱਛ ਸਕਦੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਜੀਤ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਸਰ ਤੁਹਾਡਾ ਵੀ ਧੰਨਵਾਦ ਆ, ਤੁਸੀਂ ਸਮਾਂ ਕੱਢਿਆ। ਮੈਨੂੰ ਪਤਾ ਵੀ ਇਲੈਕਸ਼ਨ ਕੈਂਪੇਨ 'ਚ ਕਾਫੀ ਬਿਜ਼ੀ ਜੇ, ਪਰ ਕਾਫੀ ਮੁੱਦੇ ਰਹਿ ਗਏ ਨੇ। ਆਉਣ ਵਾਲੇ ਦਿਨਾਂ 'ਚ ਫਿਰ ਤੁਹਾਨੂੰ ਸੱਦਾ ਲਾਵਾਂਗੇ ਜੀ ਤੇ ਕੁਝ ਹੋਰ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ। ਤਦ ਤੱਕ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਮਨਜੀਤ, ਐਂਡ ਡੈਫੀਨਿਟਲੀ ਵਿਲ ਸੀ ਯੂ ਅਗੇਨ। ਸੋ ਇਹ ਸਨ ਜੀ ਸਰਦਾਰ ਅਮਰਜੀਤ ਸੋਹੀ, ਜਿਹੜੇ ਕਿ ਐਡਮਿੰਟਨ ਸ਼ਹਿਰ ਤੋਂ ਮੇਅਰ ਦੇ ਤੌਰ ਤੇ ਇਲੈਕਸ਼ਨ ਲੜਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਇਹਨਾਂ ਦੀ ਬਾਕ ਗੱਲਬਾਤ ਜਿਹੜੀ ਆ ਤੁਹਾਨੂੰ ਪਸੰਦ ਆਈ ਹੋਵੇਗੀ। ਆਉਣ ਵਾਲੇ ਐਪੀਸੋਡ ਵਿੱਚ ਐਡਮਿੰਟਨ ਸ਼ਹਿਰ ਤੋਂ ਕੁਝ ਹੋਰ ਨਾਮਵਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।